ਕੇ ਗੁਰੂ ਕੇ ਇਤਿਹਾਸ ਦੀ ਕਥਾ ਦਾ ਭਾਈ ਕਰਨਵੀਰ ਸਿੰਘ ਜੀ ਸੰਗਤਾਂ ਦੇ ਵਿੱਚ ਹਾਜ਼ਰ ਹਨ, ਜੋ ਕਿ ਆਪ ਸੰਗਤਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਥਾ ਦੁਆਰਾ ਨਿਹਾਲ ਕਰ ਰਹੇ ਹਨ। ਆਓ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਗੁਰ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰ ਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤ ਗੁਰ ਥਿਰ ਕੀਓ। ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਓ। ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਨ। ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜੁਨ ਭਿਖੁ ਨੈਨ। ਸਰਨ ਨਾਥ ਤੋਰੀ ਸਰਨ ਜੋਗ ਸਰਣੰ। ਪ੍ਰਭੂ ਦਰਸ ਪਾਏ ਮਿਟੇ ਜਨਮ ਮਰਣੰ। ਮਮ ਪਾਹ ਤੁਐ ਸਰਣ ਆਏ। ਵੱਡੇ ਭਾਗ ਮੇਰੇ ਪ੍ਰਭੂ ਦਰਸ ਪਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ। ਬਰ ਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੁ ਤੁਮ ਕਥਾ ਸੁਧਾਰੀ। ਗੁਰੂ ਬਚਨ ਪਾਲਿਓ ਨਹੀਂ, ਸਿੰਘ ਮਨ ਕੋ ਨਹੀਂ ਮਾਰ। ਗੁਰ ਬਚਨ ਸਿੰਘ ਕੀ ਬੇਨਤੀ, ਲਾਜ ਤੋਹੇ ਨਿਰੰਕਾਰ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਰਾਮਕਲੀ ਮਹੱਲਾ ਨਾਵਾਂ ਤੇ ਪਦੇ। ਰੇ ਮਨ ਓਟ ਲਿਹੋ ਹਰ ਨਾਮਾ। ਜਾ ਕੈ ਸਿਮਰਨ ਦੁਰਮਤ ਨਾਸੈ। ਪਾਵਹਿ ਪਦ ਨਿਰਬਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ, ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ, ਗਰੀਬ ਨਿਵਾਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਰਾਜ ਜੀਆਂ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ, ਜੋ ਆਪ ਸਰਬੱਤ ਸੰਗਤ ਦਾ ਸੁਖ ਮਾਣ ਰਹੇ ਹੋ। ਜਿਸ ਤਰ੍ਹਾਂ ਸਾਧ ਸੰਗਤ ਜੀ ਬਚਨ ਆਉਂਦੇ ਹਨ, ਇਸਲਾਮ ਧਰਮ ਦੇ ਬਾਨੀ ਜਿਨ੍ਹਾਂ ਨੇ ਆਖਿਆ ਹੈ, ਜਿਸ ਕਿਸੇ ਨੇ ਜੰਨਤ ਵੇਖਣੀ ਹੋਵੇ, ਜਾਂ ਕੋਈ ਜੰਨਤ ਨੂੰ ਵੇਖਣ ਦਾ ਚਾਹਵਾਨ ਹੋਵੇ, ਜਾਂ ਕੋਈ ਜੰਨਤ ਦੀ ਇੱਛਾ ਰੱਖਦਾ ਹੋਵੇ, ਕਹਿੰਦੇ ਹਨ ਕਿ ਜੰਨਤ ਸੱਤਵੇਂ ਆਕਾਸ਼ ਵਿੱਚ ਨਹੀਂ, ਜੰਨਤ ਮਾਤਾ ਦੇ ਚਰਨਾਂ ਵਿੱਚ ਵਸਦੀ ਹੈ। ਬਰਸਿਆ ਨੂਰ ਅਲਾਹੀ ਅਰਸੋ, ਧੰਨ ਮਾਤ ਦਾ ਜਨਮ ਹੋਆ। ਅੱਜ ਸਾਧ ਸੰਗਤ ਜੀ ਜਗਤ ਮਾਤਾ ਸਤਿਕਾਰ ਯੋਗ
ਧੰਨ ਧੰਨ ਮਾਤਾ ਸੁੰਦਰ ਕੌਰ ਜੀਆਂ ਦਾ ਜਨਮ ਦਿਹਾੜਾ ਹੈ। ਮਾਤਾ ਜੀ ਧੰਨ ਬਾਜਾਂ ਵਾਲੇ ਪਿਤਾ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੇ ਮਹਿਲ ਅਤੇ ਸਾਧ ਸੰਗਤ ਜੀ। ਮਾਤ ਸੁੰਦਰੀ ਕੋ ਸੁਤ ਸੂਰਾ, ਸ਼ਸਤਰਨ ਕੀ ਵਿਦਿਆ ਮਹਿ ਪੂਰਾ। ਮਾਤਾ ਜੀਆਂ ਦੀ ਕੁੱਖ ਤੋਂ ਐਸੇ ਮਰਦ ਭਾਵ ਬਲੀ ਬਹਾਦਰ ਸੂਰਮੇ ਧੰਨ ਧੰਨ ਬਾਬਾ ਅਜੀਤ ਸਿੰਘ ਜੀਆਂ ਦਾ ਜਨਮ ਹੋਇਆ ਹੈ, ਜਿਨ੍ਹਾਂ ਨੇ ਵੀਰ ਗਤੀ ਨੂੰ ਪ੍ਰਾਪਤ ਕਰਕੇ ਇਸ ਖਾਲਸੇ ਪੰਥ ਦੀਆਂ ਨੀਹਾਂ ਭਾਵ ਪਤਾਲ ਨਾਲੋਂ ਡੂੰਘੀਆਂ ਲਾ ਦਿੱਤੀਆਂ ਹਨ। ਐਸੇ ਧੰਨ ਧੰਨ ਮਾਤਾ ਸੁੰਦਰ ਕੌਰ ਜੀ, ਸਾਧ ਸੰਗਤ ਜੀ। ਹਜੂਰ ਦੇ ਜੋਤੀ ਜੋਤ ਸਮਾਉਣ ਤੋਂ ਉਪਰੰਤ ਮਾਤਾ ਜੀਆਂ ਨੇ 40 ਸਾਲ ਖਾਲਸੇ ਪੰਥ ਦੀ ਸਾਧ ਸੰਗਤ ਜੀ ਜਿਸ ਤਰ੍ਹਾਂ ਵਾਗਡੋਰ ਸੰਭਾਲੀ ਹੈ। ਧੰਨ ਧੰਨ ਮਾਤਾ ਸੁੰਦਰ ਕੌਰ ਜੀ, ਜਿਨ੍ਹਾਂ ਨੇ ਸਾਧ ਸੰਗਤ ਜੀ ਮਹਾਰਾਜ ਜੀਆਂ ਦਾ ਜੋ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ, ਮਾਤਾ ਜੀਆਂ ਨੇ ਅਹਿਮ ਭੂਮਿਕਾ ਨਿਭਾਈ ਹੈ ਬਾਣੀ ਦੀ ਇਕੱਤਰ ਕਰਨ ਵਿੱਚ ਅਤੇ ਖਾਲਸਾ ਪੰਥ ਨੂੰ ਇਕੱਠਿਆਂ ਰੱਖਣ ਦੇ ਵਿੱਚ। ਜਿਸ ਤਰ੍ਹਾਂ ਧੰਨ ਧੰਨ ਭਾਈ ਮਣੀ ਸਿੰਘ ਜੀਆਂ ਨੂੰ ਪ੍ਰੇਰ ਕੇ ਮਾਤਾ ਜੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਸਿੰਘ ਸਾਹਿਬ ਜਿਸ ਤਰ੍ਹਾਂ ਨਵਾਜ ਕੇ ਉੱਥੋਂ ਦਿੱਲੀ ਤੋਂ ਭੇਜਿਆ ਸੀ। ਮਾਤਾ ਜੀਆਂ ਨੇ ਕਾਫੀ ਸਮਾਂ ਸਾਧ ਸੰਗਤ ਜੀ ਦਿੱਲੀ ਵਿੱਚ ਬਤੀਤ ਕੀਤਾ ਸੀ। ਮਹਾਰਾਜ ਜੀਆਂ ਦੇ ਜੋਤੀ ਜੋਤ ਸਮਾਉਣ ਤੋਂ ਉਪਰੰਤ ਮਾਤਾ ਜੀਆਂ ਦੀ ਯਾਦ ਵਿੱਚ ਸੁੰਦਰ ਗੁਰਦੁਆਰਾ ਸੁਸ਼ੋਭਿਤ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀਆਂ ਨੂੰ ਵੀ ਮਾਤਾ ਜੀਆਂ ਨੇ ਪ੍ਰੇਰ ਕੇ ਭੇਜਿਆ ਸੀ ਅਤੇ ਜਿੱਥੇ ਮਾਤਾ ਜੀ ਸਾਧ ਸੰਗਤ ਜੀ ਇਤਿਹਾਸ ਵਿੱਚ ਬਚਨ ਆਉਂਦਾ ਹੈ, ਧੰਨ ਧੰਨ ਬਾਬਾ ਅਜੀਤ ਸਿੰਘ ਜੀਆਂ ਨੇ ਜਿਸ ਸਮੇਂ ਵੀਰ ਗਤੀ ਨੂੰ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਪ੍ਰਾਪਤ ਹੋਏ ਹਨ, ਉਸ ਸਮੇਂ ਮਾਤਾ ਜੀਆਂ ਨੇ ਇੱਕ ਪਾਲਕ ਪੁੱਤਰ ਨੂੰ ਪਾਲਿਆ ਜੋ ਬਾਬਾ ਅਜੀਤ ਸਿੰਘ ਜੀ ਵਾਂਗੂ ਕਹਿੰਦੇ ਹਨ। ਥੋੜਾ ਉਹਦੀ ਬਾਹਰੋਂ ਦਿੱਖ ਸੀ। ਉਸ ਸਮੇਂ ਹਜੂਰ ਬਾਜਾਂ ਵਾਲੇ ਪਿਤਾ ਜੀਆਂ ਨੇ ਬਚਨ ਕਹੇ ਸੀ ਕਿ ਮਾਤਾ ਅਜੀਤ ਕੌਰ ਜੀਆਂ ਨੂੰ ਕਿ ਆਪ ਜੀ ਇਸ ਨਾਲ ਮੋਹ ਨਾ ਲਾਇਓ। ਤਾਂ ਉਸ ਸਮੇਂ ਹਜੂਰ ਨੇ ਕਿਹਾ ਸੀ ਕਿ ਬਾਬਾ ਅਜੀਤ ਸਿੰਘ ਜੀ ਵਰਗਾ ਕੱਲੇ ਅਜੀਤ ਸਿੰਘ ਹਨ, ਉਹਨਾਂ ਵਰਗਾ ਦੁਨੀਆ ਤੇ ਕੋਈ ਨਹੀਂ ਹੋ ਸਕਦਾ, ਇਹ ਤੁਹਾਨੂੰ ਦੁੱਖ ਦੇਵੇਗਾ। ਜਿਸ ਸਮੇਂ ਮਾਤਾ ਜੀਆਂ ਨੇ ਪਾਲ ਕੇ ਉਸ ਨੂੰ ਵੱਡਾ ਕੀਤਾ ਤਾਂ ਉਸਨੇ ਸਾਧ ਸੰਗਤ ਜੀ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਉਸਨੇ ਕੇਸ ਕਤਲ ਕਰਾ ਦਿੱਤੇ ਸੀ। ਉਸ ਤੋਂ ਉਪਰੰਤ ਸਾਧ ਸੰਗਤ ਜੀ ਐਸੀ ਮਾਤਾ ਦੇ ਇੱਕ ਵਾਰੀ ਵੀ ਨਹੀਂ ਫਿਰ ਮਾਤਾ ਜੀਆਂ ਨੇ ਸੋਚਿਆ। ਮਾਤਾ ਜੀਆਂ ਨੇ ਉਸ ਨੂੰ ਦਰਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ। ਐਸੀ ਸਿੱਖੀ ਵਿੱਚ ਪਰਪੱਕ ਹਨ। ਜੇ ਅੱਜ ਦੇਖਿਆ ਜਾਵੇ ਸਾਧ ਸੰਗਤ ਜੀ, ਜੇ ਕਿਸੇ ਪੁੱਤਰ ਨੂੰ ਕੁਝ ਕਿਹਾ ਜਾਵੇ ਕਿ ਪੁੱਤਰਾ ਤੂੰ ਕੇਸ ਕਿਉਂ ਕਤਲ ਕਰਾਏ ਹਨ, ਤਾਂ ਅੱਗੋਂ ਮਾਤਾ ਜਵਾਬ ਦਿੰਦੀ ਹੈ, ਬਾਬਾ ਜੀ ਇਹ ਕੈਨੇਡਾ ਤੋਂ ਆਇਆ ਹੈ, ਉਧਰ ਚੱਲਦਾ ਹੈ। ਪੁੱਤਰ ਨੇ ਹਲੇ ਕਿ ਮੁਖ ਤੋਂ ਕੁਝ ਬਚਨ ਵੀ ਨਹੀਂ ਕਹੇ। ਐਸੇ ਮਾਤਾ ਦਾ ਮੋਹ ਹੈ। ਪਰ ਧੰਨ ਮਾਤਾ ਸੁੰਦਰ ਕੌਰ ਜੀ ਜਿਸ ਪੁੱਤਰ ਨੂੰ ਆਪਣੇ ਹੱਥਾਂ ਨਾਲ ਪਾਲਿਆ ਸੀ, ਕਦੇ ਉਸ ਨੂੰ ਦਰਸ਼ਨ ਦਿਦਾਰੇ ਫਿਰ ਨਾ ਸੀ ਦਿੱਤੇ। ਮਾਤਾ ਜੀਆਂ ਨੇ ਸਾਧ ਸੰਗਤ ਜੀ ਜਿਸ ਤਰ੍ਹਾਂ ਭਾਈ ਮਣੀ ਸਿੰਘ ਜੀਆਂ ਨੂੰ ਭੇਜ ਕੇ ਜਿਸ ਤਰ੍ਹਾਂ ਬੰਦਈ ਖਾਲਸੇ ਤੇ ਤਤ ਖਾਲਸੇ ਦੇ ਵਿਚਕਾਰ ਜੋ ਮਤ ਭੇਦ ਸਨ ਉਹਨਾਂ ਨੂੰ ਸੁਲਝਾਇਆ। ਮਾਤਾ ਜੀਆਂ ਨੇ ਸਾਧ ਸੰਗਤ ਜੀ ਜਿਸ ਤਰ੍ਹਾਂ ਕੌਮ ਨੂੰ ਚਿੱਠੀਆਂ ਲਿਖ ਕੇ ਭੇਜਿਆ ਕਰਦੇ ਸਨ, ਅੱਜ ਵੀ ਉਹਨਾਂ ਦੇ ਦੀਦਾਰ ਹੁੰਦੇ ਹਨ। ਇਸੇ ਤਰ੍ਹਾਂ ਸਾਧ ਸੰਗਤ ਜੀ ਅੱਜ ਜੱਸਾ ਸਿੰਘ ਜੀ ਰਾਮਗੜੀਆ, ਉਹਨਾਂ ਦਾ ਵੀ ਸਾਧ ਸੰਗਤ ਜੀ ਅੱਜ ਜਨਮ ਦਿਹਾੜਾ ਹੈ, ਜਿਨ੍ਹਾਂ ਨੇ ਸਾਧ ਸੰਗਤ ਜੀ ਕੌਮ ਦੇ ਵਿੱਚ ਮਹਾਨ ਸੇਵਾਵਾਂ ਨਿਭਾਈਆਂ ਹਨ। ਜਿਸ ਤਰ੍ਹਾਂ ਸਾਧ ਸੰਗਤ ਜੀ ਜ਼ਿਕਰ ਆਉਂਦਾ ਹੈ ਕਿ ਕੁੜੀ ਮਾਰ ਦਾ ਜਿਸ ਤਰ੍ਹਾਂ ਇਹਨਾਂ ਤੇ ਦੋਸ਼ ਲੱਗਾ ਸੀ, ਤਾਂ ਇਹਨਾਂ ਨੇ ਸਾਧ ਸੰਗਤ ਜੀ ਉਸ ਸਮੇਂ ਪੰਥ ਦੀ ਕੈਸੀ ਚੜ੍ਹਾਈ ਸੀ, ਚਾਹੇ ਪੰਥ ਦੇ ਅਹੁਦੇ ਤੇ ਕੋਈ ਵੀ ਸੀ, ਜੇ ਕਿਸੇ ਨੇ ਕੋਈ ਕਰਮ ਕੀਤਾ ਹੈ ਤਾਂ ਇਹਨਾਂ ਨੂੰ ਪੰਥ ਵਿੱਚੋਂ ਸੇਕ ਦਿੱਤਾ ਗਿਆ ਸੀ। ਤਾਂ ਉਸ ਸਮੇਂ ਸਾਧ ਸੰਗਤ ਜੀ ਫਿਰ ਜਿਸ ਤਰ੍ਹਾਂ ਸਰਕਾਰੀ ਨੌਕਰੀ ਕਰਨ ਲੱਗ ਗਏ, ਜਿਸ ਸਮੇਂ ਰਾਮ ਰੌਣੀ ਦੇ ਭਾਵ ਜਿਸ ਸਮੇਂ ਉਹਨਾਂ ਸਰਕਾਰਾਂ ਨੇ ਘੇਰਾ ਪਾਇਆ ਤਾਂ ਇਹਨਾਂ ਨੇ ਪ੍ਰਤੱਖ ਤੌਰ ਤੇ ਉਹਨਾਂ ਨਾਲ ਰਲਣੋਂ ਨਾ ਕਰ ਦਿੱਤੀ ਅਤੇ ਖਾਲਸੇ ਪੰਥ ਵਿੱਚ ਵਾਪਸ ਆ ਕੇ ਮੁਆਫੀਆਂ ਮੰਗੀਆਂ। ਤਾਂ ਉਸ ਸਮੇਂ ਸਾਧ ਸੰਗਤ ਜੀ ਉਸ ਰਾਮ ਰੌਣੀ ਦੀ ਭਾਵ ਜਿਸ ਤਰ੍ਹਾਂ ਇਹਨਾਂ ਨੇ ਬਦਲ ਕੇ ਨਾਮ ਰਾਮਗੜੀਆ ਕਿਲਾ ਰੱਖ ਦਿੱਤਾ, ਉਸ ਤੋਂ ਇਹਨਾਂ ਦੇ ਨਾਮ ਦੇ ਪਿੱਛੇ ਜੱਸਾ ਸਿੰਘ ਰਾਮਗੜੀਆ ਲੱਗਦਾ ਹੈ
ਅੱਜ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਦਾ ਜੋ ਦਰਬਾਰ ਡਿਠੇ ਸਭੇ ਥਾਵ ਨਹੀਂ ਤੁਧ ਜਿਹਿਆ, ਉੱਥੇ ਜੋ ਸਾਧ ਸੰਗਤ ਜੀ ਰਾਮਗੜੀਏ ਬੁੰਗਾ ਜੋ ਸਾਧ ਸੰਗਤ ਜੀ ਮਹਾਰਾਜ ਜੀਆਂ ਦੇ ਦਰਬਾਰ ਦੇ ਨਾਲ ਭਾਰੀ ਸੋਭਾ ਪਾਉਂਦਾ ਹੈ, ਉਹ ਇਹਨਾਂ ਨੇ ਬਣਵਾਇਆ ਸੀ। ਸਰਦਾਰ ਬਘੇਲ ਸਿੰਘ ਜੀਆਂ ਦੇ ਨਾਲ ਇਹਨਾਂ ਨੇ ਜੋ ਦਿੱਲੀ ਦਾ ਤਖਤ ਸੀ ਜਿਸ ਤੇ ਬੈਠ ਕੇ ਜਰਵਾਣਾ ਨਰੰਗਾ ਆਦਿਕ ਜੋ ਇਹ ਸਾਧ ਸੰਗਤ ਜੀ ਫੈਸਲੇ ਸੁਣਾਇਆ ਕਰਦੇ ਸਨ, ਜਿੱਥੇ ਇਹ ਅਗਲੇ ਰਾਜੇ ਨੂੰ ਨਿਯਤ ਕਰਿਆ ਕਰਦੇ ਸਨ, ਉਹ ਤਖਤ ਸਾਧ ਸੰਗਤ ਜੀ ਧੰਨ ਬਾਜਾਂ ਵਾਲੇ ਪਿਤਾ ਜੀਆਂ ਦੀ ਮਿਹਰ ਦੇ ਸਦਕਾ ਜਿਸ ਸਮੇਂ ਹਜੂਰ ਨੇ ਬਚਨ ਕਹੇ ਸੀ, ਲੱਖੀ ਸ਼ਾਹ ਵਣਜਾਰਾ ਜੀ, ਜਿਸ ਸਮੇਂ ਸਾਡੇ ਪਿਤਾ ਜੀਆਂ ਦੀ ਸ਼ਹਾਦਤ ਹੁੰਦੀ ਹੈ, ਦਿੱਲੀ ਵਿਖੇ ਕਿਸੇ ਤਾਂ ਸਿੱਖ ਨੇ ਹਾ ਦਾ ਨਾਰਾ ਮਾਰਿਆ ਹੋਵੇਗਾ ਕਿ ਇਹ ਗਲਤ ਹੋ ਰਿਹਾ ਹੈ, ਤਾਂ ਉਸ ਸਮੇਂ ਕਿਹਾ ਸੀ ਇਹਨਾਂ ਨੇ, ਮਹਾਰਾਜ ਜੀ ਕੋਈ ਨਾ ਸੀ ਉਸ ਸਮੇਂ ਨਿਤਰਿਆ। ਹਜੂਰ ਨੇ ਉਸ ਸਮੇਂ ਬਚਨ ਕਹੇ ਸੀ, ਐਸਾ ਸਮਾਂ ਆਵੇਗਾ ਦਿੱਲੀ ਵਿਖੇ ਬਣੇ ਗੁਰਦੁਆਰੇ, ਹਜੂਰ ਕਹਿੰਦੇ ਸਨ ਇੰਨੇ ਉੱਚੇ ਨਿਸ਼ਾਨ ਤਾਂ ਨੂੰ ਚਲਾ ਦਾਂਗੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ, ਜਿੱਧਰ ਨੂੰ ਦਿੱਲੀ ਨਿਵਾਸੀ ਤਾਂ ਨੂੰ ਨਿਗਾਹ ਚੱਕਣਗੇ ਧੌਣ ਤਾਂ ਖੜੀ ਹੋ ਜਾਵੇਗੀ, ਇੰਨੇ ਉੱਚੇ ਨਿਸ਼ਾਨ ਸਾਹਿਬ ਝੂਲਣਗੇ। ਉਹੀ ਦਿੱਲੀ ਦਾ ਤਖਤ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਤੇ ਸਰਦਾਰ ਬਘੇਲ ਸਿੰਘ ਜੀ ਬਾਬਾ ਜੀ, ਉਹਨਾਂ ਨੇ ਸਾਧ ਸੰਗਤ ਜੀ ਘੋੜੀਆਂ ਦੀ ਕਾਠੀ ਪਿੱਛੇ ਪਾ ਕੇ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਬਾਰ ਵਿਖੇ ਲਿਆ ਕੇ ਸਾਧ ਸੰਗਤ ਜੀ ਜ਼ਿਕਰ ਆਉਂਦਾ ਹੈ, ਜਿੱਥੇ ਸੰਗਤ ਆਪਣੇ ਜੋੜੇ ਝਾੜਿਆ ਕਰਦੀ ਸੀ, ਉਸ ਜਗ੍ਹਾ ਤੇ ਇਹ ਦਿੱਲੀ ਦਾ 6 ਫੁੱਟ 3 ਇੰਚ ਲੰਮਾ 4 ਫੁੱਟ 6 ਇੰਚ ਜਿਸ ਤਰ੍ਹਾਂ ਚੌੜਾਈ ਦੇ ਵਿੱਚ ਤਖਤ ਹੈ, ਜੋ ਬੜਾ ਸੁੰਦਰ ਬਣਿਆ ਸੀ, ਸੰਗਤਾਂ ਦੇ ਜੋੜੇ ਝਾੜਨ ਦੀ ਥਾਂ ਲਾ ਦਿੱਤਾ ਕਿ ਹਜੂਰ ਦੇ ਦਰਬਾਰ ਤੇ ਜੋ ਸੰਗਤਾਂ ਜਾਣਗੀਆਂ ਇਸ ਤਖਤ ਤੇ ਜੋੜੇ ਝਾੜ ਕੇ ਜਾਣਗੀਆਂ। ਅੱਜ ਉਹ ਤਖਤ ਸਾਧ ਸੰਗਤ ਜੀ ਉਹਨਾਂ ਬੁੰਗਿਆਂ ਦੇ ਵਿਚਕਾਰ ਲੰਗਰ ਸਾਹਿਬ ਵਾਲੇ ਸਥਾਨ ਤੋਂ ਜੇ ਦਰਸ਼ਨ ਕਰੀਏ ਉੱਥੇ ਸ਼ਿਸ਼ੋਭਤ ਹੈ, ਤਾਂ ਸਾਧ ਸੰਗਤ ਜੀ ਹਜੂਰ ਦੇ ਦਰਬਾਰ ਵੱਲ ਨੂੰ ਝੁਕਾ ਕੇ ਖਾਲਸੇ ਨੇ ਉਹ ਸਾਧ ਸੰਗਤ ਜੀ ਉਸ ਸਮੇਂ ਦੇ ਜਰਵਾਣੇ ਦੇ ਮੂੰਹ ਤੇ ਚਪੇੜ ਮਾਰੀ ਸੀ। ਇਹ ਸਾਧ ਸੰਗਤ ਜੀ ਅੱਜ ਐਸੇ ਕੌਮ ਦੇ ਮਹਾਨ ਸੂਰਬੀਰ ਯੋਧਿਆਂ ਦਾ ਜਨਮ ਦਿਹਾੜਾ ਹੈ ਤੇ ਜਗਤ ਮਾਤਾ ਸਤਿਕਾਰਯੋਗ ਧੰਨ ਧੰਨ ਮਾਤਾ ਸੁੰਦਰ ਕੌਰ ਜੀਆਂ ਦਾ ਜਨਮ ਦਿਹਾੜਾ ਹੈ। ਸਾਧ ਸੰਗਤ ਜੀ ਆਓ, ਜਿਸ ਤਰ੍ਹਾਂ ਆਪ ਨਿਤਾ ਪ੍ਰਤੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੀ ਅੰਮ੍ਰਿਤ ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ। ਹਜੂਰ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਮਹਾਰਾਜ ਜੀਆਂ ਦੀ ਗੁਰਬਾਣੀ ਦੀ ਕਥਾ ਆਰੰਭ ਹੋਈ ਸੀ। ਆਓ ਸਾਧ ਸੰਗਤ ਜੀ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦਾ ਅਦੁੱਤੀ ਦਰਬਾਰ ਸਜਦਾ ਹੈ। ਮਹਾਰਾਜ ਜੀਆਂ ਦੇ ਦਰਬਾਰ ਵਿੱਚ ਸਾਧੂ ਮਹਾਤਮਾ ਆਉਂਦੇ ਹਨ, ਬੜੇ ਜੋਗੀ ਤਪੀ ਆਉਂਦੇ ਹਨ, ਜੋ ਹਜੂਰ ਦੇ ਦਰਸ਼ਨ ਕਰਦਿਆਂ ਠੰਡ ਪੈ ਜਾਂਦੀ ਹੈ। ਮੁਖ ਤੋਂ ਹਜੂਰ ਨੂੰ ਪ੍ਰਸ਼ਨ ਕਰਦੇ ਹਨ, ਹਜੂਰ ਦੁੱਖ ਕਿਵੇਂ ਨਾਸ਼ ਹੋਣਗੇ, ਹਜੂਰ ਮੁਕਤੀ ਕਿਵੇਂ ਪ੍ਰਾਪਤ ਹੋਵੇਗੀ। ਅੱਜ ਸਾਧ ਸੰਗਤ ਜੀ ਰਾਮਕਲੀ ਰਾਗ ਦੇ ਵਿੱਚ ਹਜੂਰ ਅੱਗੇ ਹੱਥ ਜੋੜ ਕੇ ਕਹਿੰਦੇ ਹਨ, ਮਹਾਰਾਜ ਜੀ ਕਿੰਦਾ ਆਸਰਾ ਤਕੀਏ ਹਜੂਰ, ਜਗਤ ਵਿੱਚ ਜਿੱਧਰ ਤੱਕਦੇ ਆ ਹਜੂਰ ਕੋਈ ਆਸਰਾ ਨਹੀਂ ਦਿਖਦਾ, ਹਜੂਰ ਕਿਰਪਾ ਕਰੋ, ਇਹ ਸਾਡੀ ਮਾੜੀ ਬੁੱਧੀ ਹੈ ਜੋ ਹਜੂਰ ਕਿਸ ਤਰ੍ਹਾਂ ਨਾਸ਼ ਹੋਵੇ। ਕਿਉਂਕਿ ਸਾਧ ਸੰਗਤ ਜੀ ਜਦੋਂ ਭਜਨ ਬੰਦਗੀ ਵਿੱਚ ਬੈਠਦੇ ਹਨ ਨਾ ਗੁਰਸਿੱਖ, ਪਹਿਲੇ ਪੈਰ ਤਾਂ ਸੰਸਾਰੀ ਜੀਵ ਨੂੰ ਨਹੀਂ ਪਤਾ ਲੱਗਦਾ ਕਿ ਇਹ ਵਿਕਾਰ ਮੈਨੂੰ ਖਵਾਰ ਕਰ ਰਹੇ ਹਨ। ਉਹ ਸੋਚਦੇ ਹਨ ਕਿ ਅਸੀਂ ਵਿਕਾਰਾਂ ਨੂੰ ਭੋਗ ਰਹੇ ਹਾਂ, ਅਸੀਂ ਖੁਸ਼ ਹੋ ਰਹੇ ਹਾਂ ਐਸ ਪ੍ਰਸਤੀ ਕਰਕੇ। ਪਰ ਸਾਧ ਸੰਗਤ ਜੀ ਜਦੋਂ ਥੋੜਾ ਬਹੁਤਾ ਭਜਨ ਕਰਨ ਲੱਗ ਜੀਏ ਪਤਾ ਲੱਗ ਜਾਂਦਾ ਹੈ, ਮਣਾ ਮੈਂ ਨਹੀਂ ਵਿਕਾਰ ਭੋਗ ਰਿਹਾ, ਵਿਕਾਰ ਮੈਨੂੰ ਭੋਗ ਗਏ ਨੇ। ਇਸੇ ਤਰ੍ਹਾਂ ਸਾਧ ਸੰਗਤ ਜੀ ਸਾਧੂ ਮਹਾਤਮਾ ਨੂੰ ਥੋੜੀ ਕਣੀ ਪ੍ਰਾਪਤ ਸੀ, ਕਹਿੰਦੇ ਹਨ ਮਹਾਰਾਜ ਖੋਟੀ ਬੁੱਧੀ ਨਾਸ਼ ਨਹੀਂ ਹੁੰਦੀ, ਹਜੂਰ ਕਿਰਪਾ ਕਰੋ। ਅੱਜ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਰਪਾ ਕਰ ਰਹੇ ਹਨ। ਸਾਧ ਸੰਗਤ ਜੀ ਹਜੂਰ ਦੇ ਦਰਬਾਰ ਦੇ ਵਿੱਚ ਆਪ ਸੱਜ ਬੈਠੇ ਹੋ, ਹਜੂਰ ਦੇ ਚਰਨਾਂ ਕਮਲਾਂ ਦਾ ਧਿਆਨ ਧਰ ਕੇ ਸੱਚੇ ਸਤਿਗੁਰਾਂ ਨੂੰ ਦੋਨੋਂ ਹੱਥ ਜੋੜ ਕੇ ਸੀਸ ਝੁਕਾ ਕੇ ਅਦਬ ਸਹਿਤ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਰੇ ਮਨ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਜੋ ਪਰਮਾਤਮਾ ਇੱਕ ਹੈ, ਸਰਬ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਰਾਗ ਰਾਮ ਕਲੀ ਮਹੱਲਾ ਨਾਵਾ। ਅੱਜ ਰਾਮ ਕਲੀ ਰਾਗ ਦੇ ਵਿੱਚ ਮਹੱਲਾ ਨਾਵਾ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮੇਰਾਂ ਦੇ ਘਰ ਵਿੱਚ ਹਜੂਰ ਆਏ ਹਨ। ਅੰਮ੍ਰਿਤ ਬਚਨ ਕੀ ਬ੍ਰਿਸ਼ਟ ਕਰ ਕਿਰਪਾ ਦ੍ਰਿਸ਼ਟ ਕੇ ਸਾਥ ਅੰਮ੍ਰਿਤ ਗੁਰਬਾਣੀ ਦੀ ਹਜੂਰ ਵਰਖਾ ਕਰ ਰਹੇ ਹਨ। ਕਿਰਪਾ ਦ੍ਰਿਸ਼ਟੀ ਸਾਡੇ ਗਰੀਬਾਂ ਤੇ ਹਜੂਰ ਪਾ ਰਹੇ ਹਨ। ਤੇ ਪਦੇ ਤਿੰਨ ਪਦਿਆਂ ਵਾਲੇ ਹਜੂਰ ਹੁਣ ਸ਼ਬਦ ਉਚਾਰਨ ਕਰਕੇ ਬ੍ਰਹਮ ਗਿਆਨ ਦਾ ਉਪਦੇਸ਼ ਦੇ ਰਹੇ ਹਨ। ਰੇ ਮਨ ਓਟ ਲਿਹੋ ਹਰ ਨਾਮਾ। ਹਜੂਰ ਸਾਧ ਸੰਗਤ ਜੀ ਮਨ ਨੂੰ ਸੰਬੋਧਿਤ ਹੋ ਰਹੇ ਹਨ। ਸਿੱਧਾ ਹਜੂਰ ਦੇ ਸਾਧ ਸੰਗਤ ਜੀ ਜ਼ਿਆਦਾਤਰ ਹਜੂਰ ਦੀ ਗੁਰਬਾਣੀ ਦੇ ਸ਼ਬਦ ਹਨ ਜੋ ਨਾਵੇਂ ਪਾਤਸ਼ਾਹ ਜੀਆਂ ਦੇ ਹਜੂਰ ਮਨ ਨੂੰ ਸਿੱਖਿਆ ਦਿੰਦੇ ਹਨ। ਜੋ ਪ੍ਰੇਮ ਵਾਲੇ ਗੁਰਸਿੱਖ ਹੁੰਦੇ ਹਨ ਸਾਧ ਸੰਗਤ ਜੀ, ਉਹ ਸਿੱਧਾ ਆਪਣੇ ਮਨ ਤੇ ਅਸਰ ਕਰਦੇ ਹਨ ਹਜੂਰ ਦੇ ਐਸੇ ਸ਼ਬਦਾਂ ਦਾ, ਜਿਸ ਤਰ੍ਹਾਂ ਮਾਨੋ ਕਿ ਅਣਿਆਲੇ ਤੀਰ ਵਿੰਨ ਜਾਂਦੇ ਹਨ ਛਾਤੀ ਨੂੰ। ਹਜੂਰ ਦੀ ਬਾਣੀ ਦੱਸਦੀ ਹੈ, ਮਣਾ ਸੰਸਾਰ ਅਸਤ ਹੈ, ਵਾਹਿਗੁਰੂ ਹੀ ਸਤ ਹੈ, ਜੋ ਇੱਕ ਓੰਕਾਰ ਸਤ ਚਿਤ ਆਨੰਦ ਸਰੂਪ ਹੈ। ਇਸੇ ਤਰ੍ਹਾਂ ਮਹਾਰਾਜ ਜੀਆਂ ਦੀ ਬਾਣੀ ਤੋਂ ਪਤਾ ਲੱਗਦਾ ਹੈ, ਮਣਾ ਜੋ ਸੰਸਾਰ ਹੈ ਅਸਤ ਹੈ, ਜੜ ਹੈ, ਦੁੱਖ ਰੂਪ ਹੈ। ਐਸੇ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੀ ਬਾਣੀ ਮਹਾਰਾਜ ਜੀ ਕਹਿੰਦੇ ਹਨ, ਰੇ ਮਨ ਓਟ ਲੇਹੁ ਹਰ ਨਾਮਾ। ਦੇਖ ਤੂੰ ਕਿਹੜੀਆਂ ਸੰਸਾਰੀ ਓਟਾਂ ਆਸਰੇ ਤੱਕੀ ਬੈਠਾ ਹੈ, ਤੂੰ ਰਾਮ ਦੇ ਨਾਮ ਦੀ ਓਟ ਲੈ ਗੁਰਸਿੱਖਾ। ਜਾ ਕੈ ਸਿਮਰਨ ਦੁਰਮਤ ਨਾਸੈ। ਮਹਾਰਾਜ ਜੀ ਉਹਨਾਂ ਦੀ ਓਟ ਲੈਣ ਨਾਲ ਕੀ ਹੋਵੇਗਾ? ਹਜੂਰ ਕਹਿੰਦੇ ਹਨ, ਉਸ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਕਰਨ ਮਾਤਰ ਸੇ ਹੀ, ਉਸ ਨੂੰ ਯਾਦ ਕਰਨੇ ਮਾਤਰ ਸੇ ਹੀ ਦੁਰਮਤ ਜੋ ਇਹ ਖੋਟੀ ਬੁੱਧੀ ਹੈ, ਜੋ ਤੈਨੂੰ ਸ਼ੰਕੇ ਫੋਰਦੀ ਹੈ, ਜੇ ਤੇਰੇ ਮਨ ਦੇ ਵਿੱਚ ਮਾੜੇ ਖਿਆਲ ਆਉਂਦੇ ਹਨ, ਉਹ ਸਭ ਨਾਸ਼ ਹੋ ਜਾਣਗੇ। ਪਾਵਹਿ ਪਦ ਨਿਰਬਾਨ। ਹਜੂਰ ਫਰਮਾਉਂਦੇ ਹਨ, ਨਿਰਬਾਨ ਪਦਵੀ ਨੂੰ ਗੁਰਸਿੱਖਾ ਪ੍ਰਾਪਤ ਹੋਵੇਗਾ, ਮੁਕਤੀ ਨੂੰ ਪ੍ਰਾਪਤ ਹੋਵੇਗਾ। ਐਸੇ ਕਾਲ ਪੁਰਖ ਵਾਹਿਗੁਰੂ ਦਾ ਭਜਨ ਤੂੰ ਕਿਉਂ ਨਹੀਂ ਕਰਦਾ? ਸਾਧ ਸੰਗਤ ਜੀ, ਜਿਸ ਤਰ੍ਹਾਂ ਬਚਨ ਆਉਂਦੇ ਹਨ, ਜਿਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ RAM ਰਾਜੇ। ਨਿਤਾ ਪ੍ਰਤੀ ਗੁਰਸਿੱਖ ਨਿਤ ਨੇਮ ਦੀਆਂ ਬਾਣੀਆਂ ਵਿੱਚ ਸੁਣਦੇ ਹਨ। ਜਿਨ੍ਹਾਂ ਨੇ ਐਸੇ ਅਕਾਲ ਪੁਰਖ ਵਾਹਿਗੁਰੂ ਦਾ ਭਜਨ ਨਹੀਂ ਕੀਤਾ, ਹਜੂਰ ਕਹਿੰਦੇ ਹਨ, ਉਹ ਸੰਸਾਰ ਤੇ ਕਾਹਤੋਂ ਆਏ? ਭਾਵ ਨਹੀਂ ਸੀ ਆਉਣਾ ਚਾਹੀਦਾ। ਇਹੋ ਮਾਨਸ ਜਨਮ ਦੁਲੱਭ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਇਹ ਸਾਧ ਸੰਗਤ ਜੀ, ਜਿਸ ਸਮੇਂ ਗੁਰਸਿੱਖ ਸਤ ਸੰਗਤ ਕਰਦੇ ਹਨ ਨਿਤਾ ਪ੍ਰਤੀ, ਇਹ ਸਤ ਸੰਗਤ ਕਰਨ ਨਾਲ ਪਤਾ ਲੱਗਦਾ ਹੈ, ਹਜੂਰ ਦੀ ਬਾਣੀ ਪੜ੍ਹਨ ਨਾਲ ਹੀ ਪਤਾ ਲੱਗਦਾ ਹੈ। ਨਹੀਂ ਤਾਂ ਸੰਸਾਰ ਦੇ ਸੁੱਖਾਂ ਦੇ ਵਿੱਚ ਭੁੱਲਿਆ ਹੋਇਆ ਮਨ ਵਿਸਾਰ ਹੀ ਛੱਡਦਾ ਹੈ। ਇਸੇ ਤਰ੍ਹਾਂ ਗੁਰਸਿੱਖ ਆਪਣਾ ਨੇਮ ਬਣਾ ਲੈਂਦੇ ਹਨ, ਮਣਾ 2 ਟਾਈਮ ਹਜੂਰ ਦੀ ਜਾ ਕੇ ਸਤ ਸੰਗਤ ਕਰਨੀ ਹੈ। ਸੰਸਾਰ ਦੇ ਭਾਵ ਇਹਨਾਂ ਜੋ ਵਿਕਾਰਾਂ ਤੋਂ ਤੈਨੂੰ ਥੋੜੀ ਰਾਹਤ ਮਿਲੇ, ਹਜੂਰ ਦੇ ਦਰਬਾਰ ਦੇ ਵਿੱਚ ਹੰਸਾਂ ਦੀ ਨਿਆਈ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਸਿੱਖ ਸੱਜ ਬੈਠਦੇ ਹਨ। ਮਹਾਰਾਜ ਜੀਆਂ ਦੇ ਸਾਧ ਸੰਗਤ ਜੀ, ਜਿਸ ਸਮੇਂ ਐਸੇ ਬਚਨ ਪੈਂਦੇ ਹਨ ਕੰਨਾਂ ਦੇ ਵਿੱਚ, ਸ਼ਰਵਣਾਂ ਦੇ ਵਿੱਚ, ਮਾਨੋ ਕਿ ਠੰਡ ਹੀ ਵਰਤਦੀ ਜਾਂਦੀ ਹੈ। ਐਸੀ ਮਹਾਰਾਜ ਜੀਆਂ ਦੀ ਅਗੰਮੀ ਬਾਣੀ ਜਿਸ ਤਰ੍ਹਾਂ ਹਜੂਰ ਫਰਮਾ ਰਹੇ ਹਨ, ਆਰੰਭ ਤੋਂ ਹੀ ਰੇ ਮਨ ਓਟ ਲਿਹੋ ਹਰ ਨਾਮਾ। ਜਿਸ ਤਰ੍ਹਾਂ ਸਾਧ ਸੰਗਤ ਜੀ, ਜੋ ਸੰਸਾਰ ਕੇ ਕਟੰਬ ਮਿੱਤਰ ਭਾਈ ਦੀਸੈ ਮਨ ਮੇਰੇ, ਤੇ ਸਭ ਆਪਣੇ ਸੁਆਏ ਮਿਲਾਸਾ। ਮਹਾਰਾਜ ਜੀਆਂ ਦੀ ਗੁਰਬਾਣੀ ਦੱਸਦੀ ਹੈ, ਦੇਖ ਮਣਾ, ਜੋ ਸੰਸਾਰ ਦੇ ਤੈਨੂੰ ਮਿੱਤਰ ਮਿਲਦੇ ਹਨ, ਕੁਟੰਬ ਪਰਿਵਾਰ ਮਿਲਦੇ ਹਨ, ਜੋ ਵੀ ਤੈਨੂੰ ਲੱਗਦਾ ਹੈ ਤੇਰੇ ਨਾਲ ਲੱਗੇ ਹੋਏ ਹਨ, ਸਭ ਆਪਣੇ ਆਪਣੇ ਸੁਆਰਥ ਕਰਕੇ ਲੱਗੇ ਹਨ। ਜਰਾ ਝਾਕੀ ਮਾਰ ਕੇ ਦੇਖ, ਜਿਤ ਦਿਨ ਉਹਨਾਂ ਕਾ ਸਵਾਉ ਹੋਏ ਨਾ ਆਵੈ, ਤਿਤ ਦਿਨ ਨੇੜੇ
ਕੋ ਨਾ ਢੁਕਾਸਾ। ਮਹਾਰਾਜ ਜੀ ਕਹਿੰਦੇ ਹਨ, ਦੇਖ ਜਿਸ ਦਿਨ ਉਹਨਾਂ ਨੂੰ ਲੱਗੇਗਾ ਕਿ ਤੇਰੇ ਕੋਲੋਂ ਉਹਨਾਂ ਨੂੰ ਕੰਮ ਨਹੀਂ ਕੋਈ ਰਹਿ ਗਿਆ, ਜਿਸ ਦਿਨ ਤੇਰੇ ਕੋਲੋਂ ਮਾਇਆ ਨਾਸ਼ ਹੋ ਜਾਵੇਗੀ, ਤੇਰੇ ਲਾਗੇ ਵੀ ਨਹੀਂ ਕਿਸੇ ਨੇ ਢੁਕਣਾ। ਤੂੰ ਕਿਹੜੀਆਂ ਸੰਸਾਰੀ ਕੱਚੀਆਂ ਓਟਾਂ ਲਈ ਫਿਰਦਾ ਹੈ। ਇਹ ਸਾਧ ਸੰਗਤ ਜੀ ਹਜੂਰ ਸਾਨੂੰ ਉਪਦੇਸ਼ ਦਿੰਦੇ ਹਨ, ਮਣਾ RAM ਦੇ ਨਾਮ ਦੀ ਓਟ ਲੈ, ਉਸ ਦਾ ਆਸਰਾ ਲੈ। ਜਿਸ ਤਰ੍ਹਾਂ ਬਚਨ ਆਉਂਦਾ ਹੈ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ। ਹਜੂਰ ਆਪ ਜੀਆਂ ਦੇ ਚਰਨਾਂ ਕਮਲਾਂ ਦਾ ਹੀ ਆਸਰਾ ਹੈ। ਤੇ ਮਹਾਰਾਜ ਜੀ ਸਾਡੇ ਤੇ ਕਿਰਪਾ ਕਰੋ, ਅਸੀਂ ਆਪ ਜੀਆਂ ਦੇ ਚਰਨਾਂ ਕਮਲਾਂ ਨਾਲ ਹੀ ਜੁੜੇ ਰਹੀਏ। ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹੋ ਮਨ ਹੋੜੀਐ। ਮਹਾਰਾਜ ਜੀ ਮਨ ਦਾ ਤਾਂ ਗੰਦਾ ਸੁਭਾਅ ਬਣ ਗਿਆ ਹੈ। ਜਿਸ ਤਰ੍ਹਾਂ ਹਜੂਰ ਬੁਰਿਆਈਆਂ ਵੱਲ ਹੀ ਖਿੱਚ ਖਿੱਚ ਕੇ ਲਈ ਜਾਂਦੇ ਹਨ। ਪੰਜੇ ਇੰਦਰੇ ਮਹਾਰਾਜ ਵਸ ਵਿੱਚ ਨਹੀਂ ਹੈਗੇ, ਪਰ ਹਜੂਰ ਗੁਰ ਸ਼ਬਦੀ ਇਹੋ ਮਨ ਹੋੜੀਐ। ਹਜੂਰ ਫਰਮਾਉਂਦੇ ਹਨ, ਗੁਰੂ ਦੇ ਸ਼ਬਦ ਦੁਆਰਾ ਇਸ ਮਨ ਨੂੰ ਗੁਰਸਿੱਖਾ ਵਾਪਸ ਮੋੜ ਕੇ ਲੈ ਆ। ਗੁਰ ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀਐ। ਮਹਾਰਾਜ ਜੀ ਫਰਮਾਉਂਦੇ ਹਨ, ਚਾਹੇ ਧਰਤੀ ਤੇ ਪੈ ਜਾਵੇ, ਪਰ ਕਦੇ ਧਰਮ ਨਹੀਂ ਛੱਡਣਾ ਚਾਹੀਦਾ, ਨਾਮ ਜਪਣਾ ਨਹੀਂ ਛੱਡਣਾ ਚਾਹੀਦਾ। ਮਣਾ RAM ਦੇ ਨਾਮ ਦੀ ਤੂੰ ਓਟ ਲੈ ਲਾ। ਹਜੂਰ ਉਸ ਓਟ ਲੈਣ ਨਾਲ ਕੀ ਹੁੰਦਾ ਹੈ? ਹਜੂਰ ਕਿਸ ਕਿਸ ਨੇ ਉਸ ਦੀ ਓਟ ਲਈ ਹੈ? ਮਹਾਰਾਜ ਜੀ ਕਹਿੰਦੇ ਹਨ, ਨਾਮ ਕੇ ਧਾਰੇ ਸਗਲੇ ਜੰਤ। ਦੇਖ ਉਸ ਨਾਮ ਦੇ ਪ੍ਰਤਾਪ ਦੇ ਨਾਲ ਹੀ ਜਿੰਨੇ ਜੀਵ ਜੰਤੂ ਹਨ, ਇਹ 84 ਲੱਖ ਜੂਨਾਂ ਹਨ, ਜਿੰਨੀਆਂ ਵੀ ਦੇਹਾਂ ਹਨ, ਹਰੇਕ ਦੇ ਵਿੱਚ ਰੋਮ ਰੋਮ ਬਸ ਰਹੇ ਨਿਰੰਤਰ ਅਕਾਲ ਪੁਰਖ ਦੇ ਨਾਮ ਦੇ ਸਹਾਰੇ ਹੀ ਟਿਕੇ ਹੋਏ ਹਨ। ਜਿਸ ਤਰ੍ਹਾਂ ਚਾਤਰਿਕ ਮੋਰ ਬੋਲਤ ਦਿਨ ਰਾਤੀ, ਸੁਨ ਘਨ ਹਰ ਕੀ ਘੋਰ। ਮਹਾਰਾਜ ਜੀ ਕਹਿੰਦੇ ਹਨ, ਜੋ ਪਪੀਹਾ ਮੋਰ ਚਿੜੀਆਂ ਜਾਂ ਬੱਦਲ ਵੀ ਗਰਜਦੇ ਹਨ, ਧਿਆਨ ਨਾਲ ਕਦੇ ਇਹਨਾਂ ਦੀ ਆਵਾਜ਼ ਸੁਣ। ਜਿਉ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਔਰ। ਮਹਾਰਾਜ ਜੀ ਕਹਿੰਦੇ ਹਨ, ਜਿੰਨੀਆਂ ਵੀ ਚਿੜੀਆਂ ਬੋਲਦੀਆਂ ਹਨ, ਜਿੰਨੇ ਵੀ ਪੰਛੀ ਬੋਲਦੇ ਹਨ, ਮਣਾ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਿਨਾ ਕੁਝ ਨਹੀਂ ਬੋਲਦੇ। ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਇਹ ਧਰਤੀ ਮਹਾਰਾਜ ਜੀ ਕਹਿੰਦੇ ਹਨ ਕਿ ਨਾਮ ਦੇ ਹੀ ਆਸਰੇ ਤੇ ਟਿਕੀ ਹੋਈ ਹੈ। ਜਿਸ ਤਰ੍ਹਾਂ ਹਜੂਰ ਦੇ ਸਾਧ ਸੰਗਤ ਜੀ ਬਚਨ ਆਉਂਦੇ ਹਨ, ਮਨ ਵਿੱਚ ਕਦੇ ਵਿਸ਼ਵਾਸ ਨਹੀਂ ਹੁੰਦਾ। ਮਨ ਜੋ ਖੋਟਾ ਹੈ, ਇਹ ਸਾਧ ਸੰਗਤ ਜੀ ਛੰਕੇ ਫੋਰਦਾ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਹਜੂਰ ਦੱਸਦੇ ਹਨ, ਬਾਜਾਂ ਵਾਲੇ ਪਿਤਾ ਜੀ, ਸਿੰਧ ਪਰਬਤ ਮੇਦਨੀ, ਬਿਨ ਥੰਮਾ ਗਗਨ ਰਹਾਇਆ। ਮਹਾਰਾਜ ਜੀ ਕਹਿੰਦੇ ਹਨ, ਨਿਗਾਹ ਮਾਰ ਕੇ ਦੇਖ, ਉੱਪਰ ਨੂੰ ਆਕਾਸ਼ ਦੇਖ, ਬਿਨਾਂ ਥੰਮਾ ਤੋਂ ਹੀ ਖੜਿਆ ਹੋਇਆ ਹੈ। ਧਰਤੀ ਦੇਖ ਕਿੰਦੇ ਆਸਰੇ ਖੜੀ ਹੈ। ਇੰਨਾ ਸਮੁੰਦਰ ਹੈ, ਧਰਤੀ ਨਾਲੋਂ ਕਹਿੰਦੇ ਹਨ ਕਈ ਗੁਣਾ ਜ਼ਿਆਦਾ ਸਮੁੰਦਰ ਵਿੱਚ ਪਾਣੀ ਹੈ। ਦੇਖ ਕਿਉਂ ਨਹੀਂ ਡੋਬਦਾ? ਇਹ ਪ੍ਰਤੱਖ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਹੈ। ਸਾਧ ਸੰਗਤ ਜੀ ਮੰਨੇ ਜੋਗ ਜੁਗਤ ਤਨ ਭੇਦ, ਇਹ ਸਿਰਫ ਮੰਨਣ ਦੀ ਗੱਲ ਹੈ। ਹਜੂਰ ਕਹਿੰਦੇ ਹਨ, ਉਸ ਨੂੰ ਤਾਂ ਜੋਗ ਜੁਗਤ ਜੁੜਨ ਦੇ ਅਤੇ ਸਾਧ ਸੰਗਤ ਜੀ ਤਨ ਦੇ ਸਾਰੇ ਭੇਦ ਪਤਾ ਲੱਗ ਜਾਂਦੇ ਹਨ। ਆਪਾਂ ਤਾਂ ਸਿਰਫ ਤਨ ਦੇਖਦੇ ਹਾਂ। ਹਜੂਰ ਕਹਿੰਦੇ ਹਨ, ਹਾੜ ਮਾਸ ਨਾੜੀ ਕੋ ਪਿੰਜਰ। ਹਜੂਰ ਦੀ ਤਾਂ ਐਸੀ ਦ੍ਰਿਸ਼ਟੀ ਹੈ ਅੰਦਰ ਹੀ, ਭਾਵ ਇਹ ਮੰਨਣ ਦੀ ਗੱਲ ਹੈ, ਸਭ ਤਨ ਦੇ ਭੇਦ ਖੁੱਲ ਜਾਂਦੇ ਹਨ। ਹਜੂਰ ਕਹਿੰਦੇ ਹਨ, ਐਸੇ ਅਕਾਲ ਪੁਰਖ ਵਾਹਿਗੁਰੂ ਦਾ ਤੂੰ ਓਟ ਲੈ, ਡਰਦਾ ਕਿਉਂ ਹੈ? ਨਿਰਭਉ ਜਪੈ ਸਗਲ ਭਉ ਮਿਟੈ। ਜੇ ਤੂੰ ਨਿਰਭਉ ਨੂੰ ਜਪੇਗਾ, ਤੇਰੇ ਸਾਰੇ ਭੈ ਮਿਟ ਜਾਣਗੇ। ਹਜੂਰ ਅਕਾਲ ਪੁਰਖ ਵਾਹਿਗੁਰੂ ਆ ਕੇ ਮੇਰੇ ਮੂੰਹ ਵਿੱਚ ਬੁਰਕੀ ਪਾਵੇਗਾ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਸਾਧ ਸੰਗਤ ਜੀ ਜਿਸ ਸਮੇਂ ਕੋੜੀ ਹੋਇਆ ਕਰਦੇ ਸਨ, ਜਿਨ੍ਹਾਂ ਦੇ ਪਾਸ ਕੋਈ ਨਾ ਸੀ ਜਾਇਆ ਕਰਦਾ, ਉਹਨਾਂ ਨੂੰ ਮਹਾਰਾਜ ਆਪਣੀ ਗੋਦ ਵਿੱਚ ਬਿਠਾ ਕੇ ਮਲਮ ਪੱਟੀ ਕਰਿਆ ਕਰਦੇ ਸਨ। ਆਪ ਆਪਣੇ ਕਰ ਕਮਲਾਂ ਦੇ ਨਾਲ ਹਜੂਰ ਮੁਖ ਵਿੱਚ ਗਰਾਹੀ ਪਾਉਂਦੇ ਹਨ। ਹਜੂਰ ਅੱਜ ਸਾਧ ਸੰਗਤ ਜੀ ਮਨ ਕੋੜੀਆਂ ਤੋਂ ਵੀ ਭੈੜੇ ਹਨ। ਹਜੂਰ ਨੇ ਕਿਰਪਾ ਕੀਤੀ ਹੈ, ਸਤ ਸੰਗਤ ਵਿੱਚ ਹਜੂਰ ਲਿਆ ਕੇ ਸਾਡੇ ਮੂੰਹ ਵਿੱਚ ਨਾਮ ਦੀ ਬੁਰਕੀ ਪਾ ਰਹੇ ਹਨ। ਹਜੂਰ ਦੀ
ਪ੍ਰਤੱਖ ਕਲਾ ਵਰਤ ਰਹੀ ਹੈ। ਸਾਡੇ ਪਾਪੀਆਂ ਨੂੰ ਕਿਸੇ ਨੇ ਨਾ ਸੀ ਸੰਸਾਰ ਵਿੱਚ ਢੋਈ ਦੇਣੀ, ਰੁਲ ਜਾਣਾ ਸੀ। ਇਹ ਹਜੂਰ ਨੇ ਕਿਰਪਾ ਕੀਤੀ ਹੈ। ਸਤ ਸੰਗਤ ਦੀਆਂ ਘੜੀਆਂ ਮਸਤਕ ਵਿੱਚ ਪਾਈਆਂ ਹਨ। ਹਜੂਰ ਯਾਦ ਕਰਦੇ ਹਨ ਤਾਂ ਸਤ ਸੰਗਤ ਵਿੱਚ ਆ ਸੱਜ ਬੈਠਦੇ ਹਾਂ, ਨਹੀਂ ਤਾਂ ਹੋਰਾਂ ਵਾਂਗੂ ਸਾਧ ਸੰਗਤ ਜੀ ਰੁਲ ਜਾਣਾ ਸੀ। ਮਹਾਰਾਜ ਜੀ ਕਹਿੰਦੇ ਹਨ, ਪੁੱਤਰਾ ਇੰਨਾ ਕਰਦੇ ਹਾਂ, ਤੂੰ ਵੀ ਸਾਡੇ ਤੇ ਵਿਸ਼ਵਾਸ ਕਰਕੇ ਇੱਕ ਵਾਰੀ ਨਾਮ ਦੀ ਓਟ ਲੈ। ਘੱਟੋ ਘੱਟ 5 ਮਿੰਟ ਜਪਣਾ ਸ਼ੁਰੂ ਕਰ। ਜਿਸ ਸਮੇਂ ਸਾਧ ਸੰਗਤ ਜੀ ਜਪਣਾ ਸ਼ੁਰੂ ਕਰੀਏ ਫਿਰ ਪਤਾ ਲੱਗਦਾ ਹੈ ਕੈਸੀ ਠੰਡ ਵਰਤਦੀ ਹੈ ਨਾਮ ਦੇ ਵਿੱਚ, ਕੈਸੇ ਆਪਣੇ ਆਪ ਹੀ ਕੰਮ ਹੁੰਦੇ ਜਾਂਦੇ ਹਨ। ਹਜੂਰ ਕਹਿੰਦੇ ਹਨ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ। ਇਹ ਨਾਮ ਦੀ ਹੀ ਮਹਿਮਾ ਗਾ ਰਹੇ ਹਨ। ਨਾਮ ਕਰਕੇ ਹੀ ਇਹਨਾਂ ਦੇ ਭਾਵ ਜੋ ਸਿਮਰਤ ਵੇਦ ਪੁਰਾਣ ਹਨ। ਮਹਾਰਾਜ ਜੀ ਐਸਾ ਉਪਦੇਸ਼ ਦੇ ਰਹੇ ਹਨ, ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਦੇਖ ਧਰਤੀ ਕੀ ਪਤਾਲ ਕੀ ਆਕਾਸ਼ ਕੀ। ਹਜੂਰ ਕਹਿੰਦੇ ਹਨ, ਸਭ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਨੂੰ ਗਾ ਰਹੇ ਹਨ। ਜਾ ਕੈ ਸਿਮਰਨ ਦੁਰਮਤ ਨਾਸੈ। ਜਿਸ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਕਰਨ ਮਾਤਰ ਸੇ ਖੋਟੀ ਬੁੱਧੀ ਨਾਸ਼ ਹੋ ਜਾਂਦੀ ਹੈ। ਸਾਧ ਸੰਗਤ ਜੀ ਕਈ ਪ੍ਰਮਾਣ ਆਉਂਦੇ ਹਨ। ਇੱਕ ਮਹਾਪੁਰਸ਼ ਸੀ, ਉਹਨਾਂ ਪਾਸ ਆ ਕੇ ਇੱਕ ਆਦਮੀ ਕਹਿੰਦਾ ਹੈ, ਜਿਸ ਸਮੇਂ ਮਹਾਪੁਰਸ਼ਾਂ ਦੇ ਸਾਧ ਸੰਗਤ ਜੀ ਭਜਨ ਬੰਦਗੀ ਦੇ ਪ੍ਰਤਾਪ ਨਾਲ ਸੰਗਤਾਂ ਸਰਦਾ ਕਰਦੀਆਂ ਹਨ ਉਹਨਾਂ ਤੇ, ਉਹਨਾਂ ਦੇ ਮੁਖੋਂ ਕਹੇ ਹੋਏ ਬਚਨ ਸਫਲ ਹੋ ਜਾਂਦੇ ਹਨ। ਜਿਸ ਸਮੇਂ ਇੱਕ ਵਿਕਾਰੀ ਆਦਮੀ ਆ ਕੇ ਮਹਾਪੁਰਸ਼ਾਂ ਨੂੰ ਕਹਿੰਦਾ ਹੈ, ਮਹਾਪੁਰਸ਼ੋ ਮੈਂ ਹੈਗਾ ਮੁਸਲਮਾਨ ਹਾਂ, ਪਰ ਹਿੰਦੂ ਧਰਮ ਦੀ ਮੈਨੂੰ ਇੱਕ ਲੜਕੀ ਪਸੰਦ ਆਈ ਹੈ। ਮਨ ਦੇ ਵਿੱਚ ਕੁਕਰਮ ਕਰਨ ਦੀ ਇੱਛਾ ਸੀ ਕਿ ਮੈਂ ਇਸ ਨਾਲ ਆਨੰਦ ਕਾਰਜ ਕਰਾਂ। ਆਪ ਦੀ ਆਯੂ ਵੀ ਬੜੀ ਵੱਡੀ ਸੀ ਉਸ ਲੜਕੀ ਨਾਲੋਂ। ਤਾਂ ਮਹਾਂਪੁਰਸ਼ਾਂ ਦੇ ਪਾਸ ਸਿੱਧਾ ਜਾ ਕੇ ਕਹਿ ਦਿੰਦਾ ਹੈ। ਉਸ ਦੇ ਮਨ ਦੀ ਹਾਲਤ ਜਾਣ ਕੇ ਮਹਾਂਪੁਰਸ਼ ਕਹਿੰਦੇ ਹਨ, ਤੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਮੂਲ ਮੰਤਰ ਹੈ ਜੋ ਗੁਪਤ ਰਸਨਾ ਦੇ ਨਾਲ 40 ਦਿਨ ਪੜ੍ਹੀ। ਉਹ ਮਸੀਤ ਵਿੱਚ ਬੈਠ ਕੇ ਸਾਧ ਸੰਗਤ ਜੀ ਉਸਨੇ ਆਰੰਭ ਕੀਤਾ। ਜਿਸ ਤਰ੍ਹਾਂ ਸਾਧ ਸੰਗਤ ਜੀ ਉਹ ਹਿੰਦੂ ਪਰਿਵਾਰ ਇਹਨਾਂ ਦੇ ਨਾਲ ਜਿਸ ਤਰ੍ਹਾਂ ਝਗੜਾ ਵੈਰ ਵਿਰੋਧ ਰੱਖਦੇ ਸਨ, ਜਿਸ ਸਮੇਂ ਉਹ ਬੰਦਗੀ ਕਰਨ ਲੱਗਾ 25 ਕੁ ਦਿਨਾਂ ਬਾਅਦ ਉਹ ਜਿੰਨੇ ਪਰਿਵਾਰ ਸਨ ਆ ਕੇ ਸਾਧ ਸੰਗਤ ਜੀ ਕਹਿੰਦੇ ਹਨ, ਇਹ ਤਾਂ ਹੁਣ ਨਾਮ ਜਪਣ ਲੱਗ ਗਿਆ ਹੈ। ਇਸ ਦੇ ਨਾਲ ਉਹ ਸਾਧ ਸੰਗਤ ਜੀ ਮਿੱਠਾ ਸੁਭਾਅ ਰੱਖਣ ਲੱਗ ਪਏ। ਹੌਲੀ ਹੌਲੀ ਮਨ ਦੇ ਫੁਰਨੇ ਸੁੱਧ ਹੁੰਦੇ ਗਏ। 40ਵੇਂ ਦਿਨ ਸਾਧ ਸੰਗਤ ਜੀ ਉਹ ਆਪਣੀ ਲੜਕੀ ਦਾ ਵੀ ਰਿਸ਼ਤਾ ਲੈ ਆਏ ਸੀ। ਤਾਂ ਉਸ ਸਮੇਂ ਸਾਧ ਸੰਗਤ ਜੀ ਐਸਾ ਮਨ ਸ਼ੁੱਧ ਹੋਇਆ, ਉਸ ਬੇਟੀ ਨੂੰ ਉਹਨੇ ਆਪਣੀ ਬੇਟੀ ਬਣਾ ਕੇ ਉਸ ਨੂੰ ਅਗਾਂਹ ਤੋਰ ਦਿੱਤਾ। ਮਹਾਰਾਜ ਜੀ ਕਹਿੰਦੇ ਹਨ, ਇਹ ਨਾਮ ਦੀ ਸ਼ਕਤੀ ਹੈ, ਜਿਸ ਦੇ ਸਿਮਰਨੇ ਮਾਤਰ ਸੇ ਖੋਟੀ ਬੁੱਧੀ ਦੁਰਮਤ ਨਾਸ਼ ਹੋ ਜਾਂਦੀ ਹੈ। ਮਨਾ ਤੂੰ ਅਕਾਲ ਪੁਰਖ ਵਾਹਿਗੁਰੂ ਦੀ ਓਟ ਲੈ ਕੇ ਤਾਂ ਦੇਖ। ਮਾਤਰ ਸੇ ਖੋਟੀ ਬੁੱਧੀ ਦੁਰਮਤ ਨਾਸ਼ ਹੋ ਜਾਂਦੀ ਹੈ। ਮਨਾ ਤੂੰ ਅਕਾਲ ਪੁਰਖ ਵਾਹਿਗੁਰੂ ਦੀ ਓਟ ਲੈ ਕੇ ਤਾਂ ਦੇਖ। ਪਾਵਹਿ ਪਦ ਨਿਰਬਾਨਾ। ਨਿਰਬਾਨ ਪਦਵੀ ਨੂੰ ਪ੍ਰਾਪਤ ਹੋਵੇਗਾ। ਜਾ ਕੇ ਸਿਮਰਨ। ਸਾਧ ਸੰਗਤ ਜੀ ਜਿਸ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਮਾਤਰ ਸੇ ਹੀ ਜਿਸ ਤਰ੍ਹਾਂ ਬਚਨ ਆਉਂਦੇ ਹਨ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਮਹਾਰਾਜ ਜੀਆਂ ਦਾ ਸਿਮਰਨ ਕਰਨ ਮਾਤਰ ਸੇ ਹੀ ਕੈਸਾ ਆਸਰਾ ਦਿੰਦਾ ਹੈ, ਰਿੱਧੀਆਂ ਆ ਜਾਂਦੀਆਂ ਹਨ। ਰਿੱਧੀਆਂ ਤੋਂ ਭਾਵ ਜੇ ਥੋੜਾ ਜਿੰਨਾ ਵੀ ਅੰਨ ਹੋਵੇ ਤਾਂ ਕਈਆਂ ਦੇ ਵਿੱਚ ਉਹ ਵਰਤਾ ਦਿੰਦੇ ਹਨ, ਅੰਨ ਦੀ ਤੋਟ ਨਹੀਂ ਆਉਂਦੀ। ਜਿਸ ਤਰ੍ਹਾਂ ਸਾਧ ਸੰਗਤ ਜੀ ਭਾਈ ਰੂਪਾ ਜੀ ਜਿਸ ਸਮੇਂ ਕਾਬਲ ਤੋਂ ਲਲਾ ਬੇਗ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਤੇ ਚੜ੍ਹਾਈ ਕਰਕੇ ਆਇਆ ਸੀ, ਉਸ ਦੀ ਇੱਕ ਫੌਜ ਦੀ ਟੁਕੜੀ ਜੋ ਸਾਧ ਸੰਗਤ ਜੀ 300 ਕੁ ਫੌਜ ਸੀ। ਭਾਈ ਰੂਪਾ ਜੀ ਜਿਸ ਤਰ੍ਹਾਂ ਸੰਗਤ ਵਾਸਤੇ ਇੱਕ ਬਾਲਟੀ ਤੇ ਇੱਕ ਟੋਕਰੀ ਵਿੱਚ ਪ੍ਰਸ਼ਾਦੇ ਪਾ ਕੇ ਲੈ ਕੇ ਜਾ ਰਹੇ ਸੀ। ਜਿਸ ਸਮੇਂ ਉਸ ਟੁਕੜੀ ਕਾਬਲ ਤੋਂ ਤੁਰੀ ਸੀ, ਭੁੱਖੇ ਧਿਆਇਆਂ ਨੇ ਭਾਈ ਰੂਪਾ ਜੀਆਂ ਨੂੰ ਦੇਖਿਆ ਤਾਂ ਕਹਿੰਦੇ ਹਨ, ਖੋਲੋ ਇਸ ਤੋਂ ਪ੍ਰਸ਼ਾਦੇ। ਤਾਂ ਭਾਈ ਰੂਪਾ ਜੀ ਕਹਿੰਦੇ ਹਨ ਕਿ ਤੁਸੀਂ ਪ੍ਰਸ਼ਾਦੇ ਨਾ ਖੋਵੋ, ਤੁਹਾਨੂੰ ਪੂਰੇ ਨਹੀਂ ਆਉਣੇ, ਤੁਸੀਂ ਪੰਗਤ ਲਾ ਕੇ ਬੈਠੋ, ਅਸੀਂ ਤੁਹਾਨੂੰ ਵਰਤਾਉਂਦੇ ਹਾਂ। ਦੇਖੋ ਹਜੂਰ ਦੇ ਕੈਸੇ ਮਹਾਰਾਜ ਜੀਆਂ ਦੇ ਗੁਰਸਿੱਖ ਹਨ, ਨਾਮ ਜਪ ਕੇ ਐਸੇ ਮਨ ਸੁੱਧ ਹੋ ਗਏ ਹਨ ਕਿ ਦੂਜਾ ਭਾਉ ਹੀ ਨਹੀਂ ਉਹਨਾਂ ਨੂੰ ਦਿਖਦਾ। ਸਭ ਉਹਨਾਂ ਨੂੰ ਮਿੱਤਰ ਦੇ
ਲਿਖਦੇ ਹਨ, ਜਿਸ ਸਮੇਂ ਫੌਜ ਦੀ ਟੁਕੜੀ ਬੈਠ ਗਈ, ਭਾਈ ਰੂਪਾ ਜੀਆਂ ਨੇ ਪ੍ਰਸ਼ਾਦੇ ਵਰਤਾਉਣੇ ਸ਼ੁਰੂ ਕੀਤੇ। 300 ਨੂੰ 2-2 ਪ੍ਰਸ਼ਾਦੇ ਵਰਤਾਏ ਅਤੇ ਖੁੱਲੀ ਸਬਜ਼ੀ ਵਰਤਾਈ। ਜਿਸ ਤਰ੍ਹਾਂ ਸਾਧ ਸੰਗਤ ਜੀ ਫਿਰ ਜਾ ਕੇ 300 ਤੋਂ ਬਾਅਦ ਜਿੱਥੇ ਲੰਗਰ ਵਾਸਤੇ ਪ੍ਰਸ਼ਾਦੇ ਲਿਜਾ ਰਹੇ ਸਨ ਉੱਥੇ ਵੀ ਜਾ ਕੇ ਵਰਤਾਏ, ਪਰ ਅੰਨ ਦੀ ਤੋਟ ਨਾ ਸੀ ਆਈ। ਇਹ ਰਿੱਧੀ ਜੋ ਮਹਾਰਾਜ ਜੀਆਂ ਦਾ ਸਿਮਰਨ ਕਰਦੇ ਹਨ ਭਾਈ ਰੂਪਾ ਜੀ, ਐਸੀਆਂ ਸ਼ਕਤੀਆਂ ਪ੍ਰਤੱਖ ਹਜੂਰ ਦੇ ਗੁਰਸਿੱਖਾਂ ਦੇ ਚਰਨਾਂ ਵਿੱਚ ਵਸਦੀਆਂ ਹਨ। ਸਿੱਧੀਆਂ ਸਾਧ ਸੰਗਤ ਜੀ ਤੇ 9 ਨਿਧੀਆਂ। ਜਿਸ ਤਰ੍ਹਾਂ ਸਾਧ ਸੰਗਤ ਜੀ ਸਿੱਧੀਆਂ ਕਿਸੇ ਦੇ ਮਨ ਦੇ ਫੁਰਨੇ ਤੱਕ ਵੀ ਜਾਣ ਲੈਣੇ। ਜਿਸ ਤਰ੍ਹਾਂ ਭਾਈ ਕਨ੍ਹਈਆ ਜੀ ਜਿਹੜੇ ਸਾਧ ਸੰਗਤ ਜੀ ਉਹਨਾਂ ਪਾਸ ਇੱਕ ਸੇਵਕ ਰਿਹਾ ਕਰਦਾ ਸੀ, ਕਹਿੰਦਾ ਹੈ ਭਾਈ ਕਨ੍ਹਈਆ ਜੀ ਜਿਸ ਸਮੇਂ ਸਾਧ ਸੰਗਤ ਜੀ ਭਾਈ ਕਨ੍ਹਈਆ ਜੀਆਂ ਨੇ ਉਹਨੇ ਮਨ ਦੀ ਹਾਲਤ ਦੱਸਤੀ ਕਿ ਗੁਰਸਿੱਖਾ ਤੂੰ ਇਹ ਮਨ ਵਿੱਚ ਕੀ ਸੋਚ ਰਿਹਾ ਹੈ, ਇਹ ਤੈਨੂੰ ਨਾਸ਼ ਭਾਵ ਤੈਨੂੰ ਗਲਤ ਰਸਤੇ ਤੇ ਪਾਵੇਗਾ। ਉਹ ਗੁਰਸਿੱਖ ਉੱਥੋਂ ਆਪਣਾ ਸਮਾਨ ਚੱਕਣ ਲੱਗਦਾ ਹੈ। ਭਾਈ ਕਨ੍ਹਈਆ ਜੀ ਪੁੱਛਦੇ ਹਨ ਕੀ ਹੋਇਆ ਗੁਰਸਿੱਖਾ? ਕਹਿੰਦਾ ਹੈ ਮਹਾਰਾਜ ਤੁਸੀਂ ਤਾਂ ਮੇਰੇ ਮਨ ਦੇ ਫੁਰਨੇ ਜਾਣਦੇ ਹੋ, ਮੇਰਾ ਮਨ ਤਾਂ ਇੰਨਾ ਮਾੜਾ ਹੈ, ਖੌਰੇ ਕੀ ਕਦੇ ਕੀ ਫੁਰਨਾ ਕਰ ਲਵੇ, ਇਸ ਕਰਕੇ ਮਹਾਰਾਜ ਤੁਹਾਡੇ ਕੋਲ ਨਹੀਂ ਮੇਰੇ ਕੋਲ ਰਿਹਾ ਜਾਣਾ। ਭਾਈ ਕਨ੍ਹਈਆ ਜੀ ਕਹਿੰਦੇ ਹਨ ਗੁਰਸਿੱਖਾ ਸਾਡਾ ਤਾਂ ਹਿਰਦੇ ਵਿੱਚ ਬਾਜਾਂ ਵਾਲੇ ਪਿਤਾ ਜੀਆਂ ਦੀ ਮੂਰਤ ਵਸੀ ਹੋਈ ਹੈ, ਸਾਨੂੰ ਲੋੜ ਨਹੀਂ ਕਿਸੇ ਦੇ ਫੁਰਨੇ ਜਾਣਦੇ ਫਿਰੀਏ। ਤੇਰੇ ਕਲਿਆਣ ਵਾਸਤੇ ਅਸੀਂ ਆਖਿਆ ਸੀ ਜੇ ਤੂੰ ਇੱਥੇ 100 ਕੋਹ ਤੇ ਚਲੇ ਜਾਵੇਂਗਾ ਕਿ ਅਸੀਂ ਉੱਥੇ ਤੇਰੇ ਮਨ ਦੀ ਹਾਲਤ ਨਹੀਂ ਜਾਣ ਸਕਾਂਗੇ। ਇਹ ਸਾਧ ਸੰਗਤ ਜੀ ਮਹਾਰਾਜ ਜੀਆਂ ਦੇ ਭਜਨ ਬੰਦਗੀ ਦਾ ਪ੍ਰਤਾਪ ਹੈ। ਪ੍ਰਭ ਕੈ ਸਿਮਰਨ ਰਿੱਧ ਸਿੱਧ 9 ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਤਤ ਬੁੱਧੀ ਪ੍ਰਾਪਤੀ ਹੁੰਦੀ ਹੈ। ਜਿਸ ਤਰ੍ਹਾਂ ਭਗਤ ਕਬੀਰ ਜੀ ਸਾਧ ਸੰਗਤ ਜੀ ਕਿਸੇ ਯੂਨੀਵਰਸਿਟੀ ਤੋਂ ਡਿਗਰੀ ਨਾ ਸੀ ਕੀਤੀ, ਜਿਸ ਸਮੇਂ ਸਿਮਰਤ ਦੀ ਬਰਕਤ ਦੇ ਨਾਲ ਅੰਦਰੋਂ ਹੀ ਗਿਆਨ ਪ੍ਰਗਟ ਹੋਇਆ। ਸਭ ਸਾਧ ਸੰਗਤ ਜੀ ਅੱਜ ਤੱਕ ਵੱਡੇ ਵਿਦਵਾਨ ਵੀ ਜੋ ਸਾਇੰਟਿਸਟ ਆਦਿਕ ਧੰਨ ਭਗਤ ਕਬੀਰ ਜੀਆਂ ਦੀ ਗੁਰਬਾਣੀ ਤੇ ਰਿਸਰਚ ਕਰਦੇ ਹਨ, ਦੇਖਦੇ ਹਨ ਕਿ ਇਹ ਕਿੱਦਾਂ ਹੋ ਰਿਹਾ ਹੈ। ਇਹ ਸਾਧ ਸੰਗਤ ਜੀ ਪ੍ਰਭ ਕੈ ਸਿਮਰਨ ਮਹਾਰਾਜ ਜੀਆਂ ਦੇ ਸਿਮਰਨ ਭਜਨ ਬੰਦਗੀ ਦਾ ਪ੍ਰਤਾਪ ਹੈ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਮਹਾਰਾਜ ਜੀਆਂ ਦਾ ਸਿਮਰਨ ਕਰਨ ਨਾਲ ਸਭ ਜਪ ਸਭ ਤਪ। ਜੋ ਸਾਧ ਸੰਗਤ ਜੀ ਇੰਨੇ ਸਖਤ ਤਪ ਕਰਨੇ, ਧੂਣੀਆਂ ਲਾਉਣੀਆਂ, ਸਿਆਲਾਂ ਦੇ ਵਿੱਚ ਬਰਫੀਲੀਆਂ ਪਹਾੜੀਆਂ ਵਿੱਚ ਬੈਠਦੇ ਸਨ, ਗਰਮੀਆਂ ਦੇ ਵਿੱਚ ਆਸੇ ਪਾਸੇ ਅੱਗ ਲਾ ਕੇ ਬੈਠਦੇ ਸਨ, ਰੁੱਖਾਂ ਦੇ ਨਾਲ ਪੁੱਠੇ ਲਟਕ ਕੇ ਜਿਸ ਤਰ੍ਹਾਂ ਤਪ ਕਰਿਆ ਕਰਦੇ ਸਨ। ਜਿਸ ਤਰ੍ਹਾਂ ਸਾਧ ਸੰਗਤ ਜੀ 3 ਪ੍ਰਕਾਰ ਦੇ ਜਪ, 3 ਪ੍ਰਕਾਰ ਦੇ ਤਪ ਅਤੇ 16 ਪ੍ਰਕਾਰ ਦੀਆਂ ਜਿਸ ਤਰ੍ਹਾਂ ਕਹਿੰਦੇ ਹਨ ਪੂਜਾਵਾਂ, ਇਹ ਸਾਧ ਸੰਗਤ ਜੀ ਸਭ ਦਾ ਫਲ ਪ੍ਰਭ ਕੈ ਸਿਮਰਨ ਮਹਾਰਾਜ ਜੀਆਂ ਦਾ ਸਿਮਰਨ ਕਰਨ ਮਾਤਰ ਸੇ ਹੀ ਪ੍ਰਾਪਤ ਹੁੰਦਾ ਹੈ। ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਦੂਜਾ ਭਾਵ ਹੀ ਗੁਰਸਿੱਖਾਂ ਚੋਂ ਨਾਸ਼ ਹੋ ਜਾਂਦਾ ਹੈ। ਹਰੇਕ ਵਿੱਚੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਨੂੰ ਹੀ ਤੱਕਦੇ ਹਨ, ਹਰੇਕ ਦੇ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਦਿਖਦਾ ਹੈ। ਫਿਰ ਕਦੇ ਸਾਧ ਸੰਗਤ ਜੀ ਕਿਸੇ ਦੀ ਚੜ੍ਹਾਈ ਦੇਖ ਕੇ ਉਹ ਨਹੀਂ ਸੜਦੇ, ਕਿਸੇ ਦਾ ਚੰਗਾ ਵੇਖ ਕੇ ਨਹੀਂ ਸੜਦੇ, ਕਿਸੇ ਦਾ ਭਾਵ ਮਾੜਾ ਕਰਮ ਕਰਨ ਵੱਲ ਨਹੀਂ ਜਾਂਦੇ। ਐਸੇ ਮਹਾਰਾਜ ਜੀਆਂ ਦਾ ਸਿਮਰਨ ਹੈ। ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਦਰਗਾਹ ਦੇ ਵਿੱਚ ਸਾਧ ਸੰਗਤ ਜੀ ਸੁਰਖਰੂ ਹੋ ਕੇ ਜਾਂਦੇ ਹਨ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਜਦੋਂ ਸਿਮਰਨ ਕਰਦੇ ਹਨ ਮਹਾਂਪੁਰਸ਼ ਸੁਤੇ ਹੀ ਕਰਮ ਕਰਦੇ ਹਨ, ਕਦੇ ਵੀ ਉਹਨਾਂ ਤੋਂ ਕਦੇ ਮਾੜਾ ਕਰਮ ਹੀ ਨਹੀਂ ਹੁੰਦਾ, ਜੋ ਕਰਦੇ ਹਨ ਸਭ ਭਲਾ ਹੀ ਹੁੰਦਾ ਹੈ। ਸੁਤੇ ਮਹਾਂਪੁਰਸ਼ ਕੋਈ ਬਚਨ ਕਰ ਦੇਣ ਸਭ ਭਲੇ ਵਾਸਤੇ ਹੁੰਦੇ ਹਨ। ਚੱਲਦੇ ਫਿਰਦੇ ਜੇ ਕਿਸੇ ਵੱਲ ਤੱਕ ਵੀ ਲੈਣ ਨਿਗਾਹ ਪੱਟ ਕੇ ਉਸ ਦੀ ਕਲਿਆਣ ਕਰ ਦਿੰਦੇ ਹਨ, ਉਹਦੇ ਵਿੱਚ ਵੀ ਨਾਮ ਚੱਲਣ ਲਾ ਦਿੰਦੇ ਹਨ। ਜੋ ਵੀ ਮਹਾਂਪੁਰਸ਼ ਸਾਧੂ ਸੰਤ ਜਨ ਕਰਦੇ ਹਨ, ਮਹਾਰਾਜ ਜੀ ਕਹਿੰਦੇ ਹਨ ਸਭ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੈ। ਪ੍ਰਭ ਕੈ ਸਿਮਰਨ ਸੁਫਲ ਫਲਾ, ਉਹ ਸਾਧ ਸੰਗਤ ਜੀ ਸ੍ਰੇਸ਼ਟ ਫਲ। ਜਿਸ ਤਰ੍ਹਾਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾ ਰਹੇ ਹਨ ਕਿ ਪਾਵੈ ਪਦ ਨਿਰਬਾਨਾ, ਨਿਰਬਾਨ ਪਦਵੀ ਨੂੰ ਪ੍ਰਾਪਤ ਹੁੰਦੇ ਹਨ। ਇਹ ਮਾਇਆ ਦੇ 3 ਗੁਣਾ ਤੋਂ ਉੱਪਰ ਉੱਠ ਕੇ ਇਸੇ ਤਰ੍ਹਾਂ ਸਾਧ ਸੰਗਤ ਜੀ ਚੌਥੇ ਪਦ ਦੇ ਅਧਿਕਾਰੀ ਹੋ ਜਾਂਦੇ ਹਨ। ਹਜੂਰ ਕਹਿੰਦੇ ਹਨ ਸੇ ਸਿਮਰੈ ਜਿਨ ਆਪ ਸਿਮਰਾਏ,
ਸਾਧ ਸੰਗਤ ਜੀ ਉਹੀ ਸਿਮਰਦਾ ਹੈ ਜਿਸ ਤੇ ਮਹਾਰਾਜ ਜੀਆਂ ਦੀ ਕਿਰਪਾ ਹੁੰਦੀ ਹੈ, ਜਿਸ ਤੇ ਹਜੂਰ ਆਪਣੀ ਕਿਰਪਾ ਕਰਕੇ ਸਤ ਸੰਗਤ ਵਿੱਚ ਲਿਆ ਕੇ ਪ੍ਰੇਮ ਜੋੜ ਦਿੰਦੇ ਹਨ। ਮਹਾਰਾਜ ਜੀ ਕਹਿੰਦੇ ਹਨ ਨਾਨਕ ਤਾਕੈ ਲਾਗੋ ਪਾਏ। ਹਜੂਰ ਕਹਿੰਦੇ ਹਨ ਗੁਰਸਿੱਖੋ ਐਸੇ ਸਾਧੂ ਮਹਾਤਮਾ ਦੇ ਚਰਨੀ ਲੱਗ ਜਾਣਾ ਚਾਹੀਦਾ ਹੈ, ਕਿਉਂਕਿ ਉਹਨਾਂ ਦੇ ਭਜਨ ਬੰਦਗੀ ਦੇ ਪ੍ਰਤਾਪ ਦੇ ਨਾਲ ਉਹਨਾਂ ਦੇ ਨਾਲ ਰਹਿਣ ਵਾਲਿਆਂ ਵਿੱਚ ਵੀ ਸਿਮਰਨ ਦੀ ਬਖਸ਼ਿਸ਼ ਭਾਵ ਉਹਨਾਂ ਨੂੰ ਵੀ ਪ੍ਰਾਪਤ ਹੋ ਜਾਂਦੀ ਹੈ। ਉਹ ਜੇ ਦ੍ਰਿਸ਼ਟੀ ਪਾ ਦੇਣ ਨਾਮ ਚੱਲਣ ਲੱਗ ਜਾਂਦਾ ਹੈ। ਇਹ ਹਜੂਰ ਕਹਿੰਦੇ ਹਨ ਜਾ ਕੇ ਸਿਮਰਨ ਦੁਰਮਤ ਨਾਸੇ। ਜਿਸ ਤਰ੍ਹਾਂ ਸਾਧ ਸੰਗਤ ਜੀ ਖੋਟੀ ਬੁੱਧੀ, ਜਿਸ ਤਰ੍ਹਾਂ ਪਰ ਨਾਰੀ ਪਰ ਦਰਬ ਹਿਤ ਪਰ ਨਿੱਦਾ ਪਰ ਪੰਚ ਰਹੈਸੇ, ਇਹ ਕੈਸੀ ਹਾਲਤ ਹੈ। ਪਰ ਨਾਰੀ ਪਰਾਈਆਂ ਇਸਤਰੀਆਂ ਨੂੰ ਤੱਕਣ ਵਿੱਚ ਹਜੂਰ ਕਹਿੰਦੇ ਹਨ ਇਸ ਬੰਦੇ ਦਾ ਮਨ ਹੈ। ਪਰ ਦਰਬ ਪਰਾਏ ਦਾ ਧਨ ਦੇਖ ਕੇ ਬੜਾ ਮਨ ਵਿੱਚ ਸਾੜਾ ਕਰਦਾ ਹੈ ਕਿ ਇਹ ਗੱਡੀ ਮੇਰੇ ਹੋਣੀ ਚਾਹੀਦੀ ਸੀ। ਪਰ ਨਿੰਦਾ ਪਰ ਪੰਚ ਰਹੈਸੇ, ਜਦੋਂ ਕਿਸੇ ਦੀ ਨਿੰਦਾ ਹੁੰਦੀ ਹੈ ਬੜਾ ਹਾਸੇ ਮਾਰ ਕੇ ਤਾੜੀ ਮਾਰ ਕੇ ਕਹਿੰਦਾ ਹੈ ਮੈਂ ਜਾਣਦਾ ਹਾਂ ਇਹਨੂੰ ਕਿੰਨਾ ਗੁਰਸਿੱਖ ਹੈ, ਮੈਨੂੰ ਸਭ ਪਤਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਨਾਮ ਦਾਨ ਇਸ਼ਨਾਨ ਤਜ, ਕੀਰਤਨ ਕਥਾ ਨਾ ਸਾਧ ਪਰਸੈ। ਮਹਾਰਾਜ ਜੀ ਕਹਿੰਦੇ ਹਨ ਨਾਮ ਦਾਨ ਤੇ ਇਸ਼ਨਾਨ ਜੇ ਮਹਾਰਾਜ ਜੀਆਂ ਦੁਆਰਾ ਦ੍ਰਿੜਾਏ ਹੋਏ ਕਰਮ ਹਨ। ਕੀਰਤਨ ਤੇ ਕਥਾ ਇਸ ਨੂੰ ਏਦਾਂ ਲੱਗਦੀ ਹੈ ਕਿ ਇਹਨਾਂ ਕਿੰਨਾ ਨੇ ਦੱਸ ਛੱਡਿਆ ਹੈ। ਘੰਟਾ ਘੰਟਾ ਕਥਾ ਕਰਦੇ ਰਹਿੰਦੇ ਹਨ। 10 ਮਿੰਟ ਕਥਾ ਬਹੁਤ ਹੁੰਦੀ ਹੈ, ਮੈਂ ਪਤਾ ਕਿੰਨਾ ਬਿਜੀ ਹਾਂ। ਹਜੂਰ ਕਹਿੰਦੇ ਹਨ ਨਾਮ ਦੀ ਗੱਲ ਸੁਣ ਕੇ ਏਦਾਂ ਲੱਗਦਾ ਹੈ ਬਾਬਾ ਜੀ ਜਿਵੇਂ ਫਾਰਸੀ ਬੋਲਦੇ ਹੋਣ। ਹਜੂਰ ਕਹਿੰਦੇ ਹਨ ਬਿੱਛੂ ਜਿਵੇਂ ਡੰਗ ਮਾਰਦੇ ਹਨ, ਸਤ ਸੰਗਤ ਵਿੱਚ ਨਹੀਂ ਬੈਠਾ ਜਾਂਦਾ। ਇਸੇ ਤਰ੍ਹਾਂ ਹਜੂਰ ਕੁੱਤਾ ਚੌਕੇ ਚਾੜੀਐ ਚੱਕੀ ਚੱਟਣ ਕਾਰਨ ਨਸੈ। ਜਿਸ ਤਰ੍ਹਾਂ ਸਾਧ ਸੰਗਤ ਜੀ ਜੇ ਕੁੱਤੇ ਨੂੰ ਹੀ ਚੱਕੀ ਤੇ ਬਿਠਾ ਦਿੱਤਾ ਜਾਵੇ ਫਿਰ ਜਾ ਕੇ ਸਾਧ ਸੰਗਤ ਜੀ ਉਹ ਚੱਕੀ ਨੂੰ ਹੀ ਚੱਟਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਜਿਸ ਨੂੰ ਦੱਸਿਆ ਜਾਵੇ ਸਿਮਰਨ ਏਦਾਂ ਕਰਨਾ ਹੈ, ਪ੍ਰਭ ਦੇ ਸਿਮਰਨ ਕਰਨ ਦਾ ਆਹ ਫਲ ਹੈ ਮਣਾ। ਹਜੂਰ ਕਹਿੰਦੇ ਹਨ ਓਟ ਲਏ ਸਤ ਸੰਗਤ ਵਿੱਚ ਬੈਠ ਕੇ ਗਧਾ ਵਿਰਾਗ ਆ ਜਾਂਦਾ ਹੈ। ਥੋੜਾ ਸਮਾਂ ਮਣਾ ਸਿਮਰਨ ਕਰਿਆ ਕਰਾਂਗਾ, ਪਰ ਬਾਹਰ ਜਾ ਕੇ ਉਸੇ ਤਰ੍ਹਾਂ ਦੀ ਹਾਲਤ ਹੋ ਜਾਂਦੀ ਹੈ। ਫਿਰ ਉਸੇ ਤਰ੍ਹਾਂ ਖਲਬਲੀਆਂ ਉਡਾਉਂਦਾ ਹੈ। ਸੰਗਤ ਵਿੱਚ ਆ ਕੇ ਤਾਂ ਥੋੜਾ ਬਹੁਤਾ ਪਤਾ ਲੱਗ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਹਨ ਜਾਣ ਬੂਝ ਕੇ ਬਾਵ ਰਹਿਤੈ ਕਾਜ ਬਗਾਰਿਓ। ਤੂੰ ਜਾਣ ਵੀ ਲਿਆ ਸੀ ਸਤ ਸੰਗਤ ਕਰਨੀ ਚਾਹੀਦੀ ਹੈ, ਤੂੰ ਸਤ ਸੰਗਤ ਵਿੱਚ ਆ ਕੇ ਬੁੱਝ ਵੀ ਲਿਆ ਸੀ ਮਣਾ ਨਾਮ ਤੋਂ ਬਿਨਾਂ ਉਧਾਰ ਨਹੀਂ ਹੈਗਾ। ਹਜੂਰ ਕਹਿੰਦੇ ਹਨ ਦੇਖ ਤੂੰ ਕਾਰਜ ਵਿਗਾੜ ਲਿਆ ਹੈ। ਜਿਸ ਤਰ੍ਹਾਂ ਹਲਕੇ ਕੁੱਤੇ ਦੀ ਨਿਆਈ, ਜਿਸ ਤਰ੍ਹਾਂ ਹਲਕਾ ਕੁੱਤਾ ਹਮੇਸ਼ਾ ਆਪਣੇ ਮੂੰਹ ਦੇ ਵਿੱਚੋਂ ਝੱਗ ਸੱਟਦਾ ਹੈ, ਹਰ ਸਮੇਂ ਤੂੰ ਕਿਸੇ ਦੀ ਨਿੰਦਾ ਦੀ ਝੱਗ ਸੱਟਦਾ ਰਹਿਣਾ ਹੈ। ਇਸੇ ਤਰ੍ਹਾਂ ਹਲਕਾ ਕੁੱਤਾ ਆਪਣੇ ਪਰਾਏ ਦੀ ਪਛਾਣ ਨਹੀਂ ਕਰਦਾ। ਇਸੇ ਤਰ੍ਹਾਂ ਐਸਾ ਲਾਲਚੀ ਮਨ ਹੈ ਆਪਣਿਆਂ ਨੂੰ ਵੀ ਨਹੀਂ ਬਖਸ਼ਦਾ ਜਦੋਂ ਲੁੱਟਣਾ ਹੋਵੇ। ਹਲਕਾ ਕੁੱਤਾ ਪਾਣੀ ਤੋਂ ਡਰਦਾ ਹੈ। ਹਜੂਰ ਕਹਿੰਦੇ ਹਨ ਤੈਨੂੰ ਸਤ ਸੰਗਤ ਤੋਂ ਡਰ ਲੱਗਦਾ ਹੈ। ਜੇ ਕਿਤੇ ਨਾਚ ਗਾਉਣਾ ਹੋਵੇ ਸਾਰੀ ਸਾਰੀ ਰਾਤ ਤੈਨੂੰ ਨੀਂਦ ਨਹੀਂ ਆਉਂਦੀ, ਸੋਸ਼ਲ ਮੀਡੀਆ ਚਲਾਉਣਾ ਹੈ, ਰਾਤ ਥੱਕਦਾ ਨਹੀਂ ਹੈ, ਸਵੇਰ ਪੈ ਜਾਂਦੀ ਹੈ, ਕੰਮ ਦਾ ਸਮਾਂ ਆ ਜਾਂਦਾ ਹੈ। ਹਜੂਰ ਕਹਿੰਦੇ ਹਨ ਜੇ ਸਿਮਰਨ ਕਰਨਾ ਹੋਵੇ ਅੱਧੇ ਘੰਟੇ ਬਾਅਦ ਤੇਰਾ ਲੱਕ ਦੁਖਣ ਲੱਗ ਜਾਂਦਾ ਹੈ। ਹਜੂਰ ਕਿਰਪਾ ਕਰਨ ਸਾਧ ਸੰਗਤ ਜੀ। ਮਹਾਰਾਜ ਜੀ ਕਹਿੰਦੇ ਹਨ ਤੇਰਾ ਮਨ ਹੀ ਨਹੀਂ ਲੱਗਦਾ। ਜੇ ਬਹਿ ਵੀ ਜਾਣਾ ਹੈ ਸਤ ਸੰਗਤ ਵਿੱਚ ਤਾਂ ਕਹਿੰਦਾ ਹੈ ਕਿਤੇ ਹੋਰ ਹੀ ਫੁਰਨੇ ਚਲੇ ਜਾਂਦੇ ਹਨ, ਆਹ ਕੰਮ ਕਰਨੇ ਨੇ ਉਹ ਕਰਨੇ ਨੇ। ਹਜੂਰ ਕਹਿੰਦੇ ਹਨ 5 ਮਿੰਟ ਸ਼ੁਰੂ ਕਰ, ਹੌਲੀ ਹੌਲੀ ਵਧਾਈ। ਇਹ ਜੋ ਖੋਟੀ ਬੁੱਧੀ ਹੈ ਨਾਸ਼ ਹੋ ਜਾਵੇਗੀ ਤੇਰੀ। ਸਤ ਸੰਗਤ ਵਿੱਚ ਨਾਮ ਦੇ ਵਿੱਚ ਰਸ ਆਉਣ ਲੱਗ ਜਾਵੇਗਾ। ਇਹ ਤਾਂ ਸਾਧ ਸੰਗਤ ਜੀ ਉਹੀ ਗੁਰਸਿੱਖ ਦੱਸ ਸਕਦੇ ਨੇ ਕਿੰਨਾ ਉਹਨਾਂ ਨੂੰ ਰਸ ਆਉਂਦਾ ਹੈ ਜਦੋਂ ਕਿਤੇ ਸਮਾਧੀ ਵਿੱਚ ਬੈਠਦੇ ਹਨ। ਕਈ ਘੰਟੇ ਸਾਧ ਸੰਗਤ ਜੀ ਪਤਾ ਹੀ ਨਹੀਂ ਲੱਗਦਾ। ਜਦੋਂ ਥਾਨ ਹੁੰਦੇ ਹਨ ਕਹਿੰਦੇ ਹਨ ਜੇ ਹੁਣੇ ਤਾਂ ਬੈਠੇ ਸੀ ਮਣਾ, ਚੱਲ ਥੋੜਾ ਸਮਾਂ ਹੋਰ ਲਾ ਲਈਏ। ਐਸੇ ਸਾਧੂ ਮਹਾਤਮਾ ਕੌਮ ਦੇ ਵਿੱਚ ਹੋਏ ਹਨ। ਲੰਮਾ ਲੰਮਾ ਸਮਾਂ ਹਜੂਰ ਦੀ ਤਾਬਿਆਂ ਬੈਠੇ ਰਹਿੰਦੇ ਸਨ, ਸਹਿਜ ਪਾਠ ਕਰਦੇ ਸਨ, ਕਦੇ ਥੱਕਦੇ ਨਹੀਂ ਸਨ। ਤੁਧ ਸਾਲਾਹੇ ਨਾ ਰੱਜਾਂ ਕਬਹੂ, ਸੱਚੇ ਨਾਵੇਂ ਕੀ ਭੁੱਖ ਲਾਵਣਿਆ। ਐਸੀ ਉਹਨਾਂ ਨੂੰ ਭੁੱਖ ਲੱਗ ਜਾਂਦੀ ਹੈ। ਕਹਿੰਦੇ ਹਨ ਮਹਾਰਾਜ ਜੀ
ਤੁਹਾਡੀ ਸਿਫਤ ਸਲਾਹ ਕਰਦੇ ਹਜੂਰ, ਕਦੇ ਸਾਨੂੰ ਰੱਜ ਨਾ ਆਵੇ। ਧੰਨ ਧੰਨ ਭਾਈ ਪਾਰੋ ਜੀ ਅਰਗੇ ਗੁਰਸਿੱਖ ਹਨ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਹਜੂਰ ਮਹਾਰਾਜ ਜੀਆਂ ਦੇ ਚਰਨਾਂ 'ਚ ਜੋਦੜੀ ਕਰਦੇ ਹਨ। ਹਜੂਰ ਨਾਮ ਦਾ ਦਾਨ ਬਖਸ਼ੋ। ਹਜੂਰ ਕਹਿੰਦੇ ਹਨ ਭਾਈ ਪਾਰੋ ਤੇਰੇ ਕੰਠ ਵਿੱਚ ਨਾਮ ਚੱਲਿਆ ਕਰੇਗਾ। ਥੋੜੇ ਦਿਨਾਂ ਬਾਅਦ ਫਿਰ ਭਾਈ ਪਾਰੋ ਜੀ ਆ ਕੇ ਕਹਿੰਦੇ ਹਨ ਮਹਾਰਾਜ ਜੀ ਅੱਗੇ ਅਵਸਥਾ ਬਖਸ਼ੋ, ਹਜੂਰ ਰੱਜ ਨਹੀਂ ਆਉਂਦਾ। ਹਜੂਰ ਕਹਿੰਦੇ ਹਨ ਭਾਈ ਪਾਰੋ ਜੀ ਹਿਰਦੇ ਵਿੱਚ ਨਾਮ ਚੱਲਿਆ ਕਰੇਗਾ। ਫਿਰ ਥੋੜੇ ਦਿਨਾਂ ਬਾਅਦ ਸਬਰ ਨਾ ਸੀ ਆਇਆ, ਰੱਜ ਨਹੀਂ ਆਉਂਦਾ ਉਹਨਾਂ ਨੂੰ। ਭਾਈ ਪਾਰੋ ਜੀ ਫਿਰ ਹਜੂਰ ਦੇ ਚਰਨਾਂ ਕਮਲਾਂ ਵਿੱਚ ਢਹਿ ਪੈਂਦੇ ਹਨ। ਭਾਈ ਪਾਰੋ ਜੀਆਂ ਨੂੰ ਹਜੂਰ ਕਹਿੰਦੇ ਹਨ ਭਾਈ ਪਾਰੋ ਰੋਮ ਰੋਮ ਕਰਕੇ ਨਾਮ ਚੱਲਿਆ ਕਰੇਗਾ। ਇਸ ਤੋਂ ਅੱਗੇ ਸਾਧ ਸੰਗਤ ਜੀ ਰੋਮ ਰੋਮ ਕਰਕੇ ਵੀ ਨਾ ਬਰਦਾਸ਼ਤ ਹੋਇਆ। ਗੁਰਮੁਖ ਰੋਮ ਰੋਮ ਹਰ ਧਿਆਵੈ। ਭਾਈ ਪਾਰੋ ਜੀ ਕਹਿੰਦੇ ਹਨ ਮਹਾਰਾਜ ਜੀ ਤੁਧ ਸਾਲਾਹੇ ਨਾ ਰੱਜਾਂ ਕਬਹੂ। ਹਜੂਰ ਅੱਗੇ ਅਵਸਥਾ ਬਖਸ਼ੋ। ਹਜੂਰ ਕਹਿੰਦੇ ਹਨ ਭਾਈ ਪਾਰੋ ਜੀ ਸਰੀਰ ਹੀ ਦੋ ਨਜ਼ਰ ਆ ਰਹੇ ਹਨ, ਇਸ ਤੋਂ ਅੱਗੇ ਤਾਂ ਤੁਸੀਂ ਹੁਣ ਸਾਡੇ ਵਿੱਚ ਹੀ ਇਹ ਤਨ ਤਿਆਗ ਕੇ ਅਭੇਦ ਹੋ ਜਾਵੋ। ਭਾਈ ਪਾਰੋ ਜੀ ਸਭ ਕੁਝ ਤਿਆਗ ਕੇ ਜਪਜੀ ਸਾਹਿਬ ਜੀਆਂ ਦਾ ਪਾਠ ਕਰਕੇ ਸਰੀਰ ਤਿਆਗ ਕੇ ਹਜੂਰ ਵਿੱਚ ਸਮਾ ਜਾਂਦੇ ਹਨ। ਮਹਾਰਾਜ ਜੀ ਕਹਿੰਦੇ ਹਨ ਦੇਖ ਐਸਾ ਨਾਮ ਦਾ ਰਸ ਹੈ, ਇਹ ਗੁਰਸਿੱਖਾਂ ਦੇ ਨੇਤਰਾਂ ਵਿੱਚੋਂ ਦਿਖਦਾ ਹੈ ਜਦੋਂ ਨਾਮ ਜਪ ਕੇ ਉੱਠਦੇ ਹਨ। ਜਿੰਦੇ ਤੇ ਵੀ ਨਿਗਾਹ ਪੈਂਦੀ ਹੈ ਸੰਸਾਰ ਦੇ ਲੋਕ ਦੱਸਦੇ ਹਨ ਉਹਨਾਂ ਦੀ ਸੰਗਤ ਕਰਕੇ ਠੰਡ ਪੈਂਦੀ ਹੈ। ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ, ਸਾਧੂ ਮਹਾਤਮਾ ਦੇ ਮੱਥੇ ਤੇ ਕਾਲ ਪੁਰਖ ਵਾਹਿਗੁਰੂ ਪ੍ਰਤੱਖ ਪ੍ਰਗਟ ਹੋ ਕੇ ਦਰਸ਼ਨ ਦਿਦਾਰੇ ਦਿੰਦੇ ਹਨ। ਮਹਾਰਾਜ ਜੀ ਕਹਿੰਦੇ ਹਨ ਦੇਖ ਮਣਾ ਤੂੰ ਕਿੱਥੇ ਭੁੱਲਿਆ ਫਿਰਦਾ ਹੈ, ਓਟ ਲੇਹੋ ਹਰ ਨਾਮਾ। ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਤੂੰ ਵੀ ਓਟ ਲੈ ਲਾ। ਰਹਾਉ ਵਿਸ਼ਰਾਮ ਦੇ ਕੇ ਸਾਧ ਸੰਗਤ ਜੀ ਜਿਸ ਤਰ੍ਹਾਂ ਹਜੂਰ ਫਰਮਾਉਂਦੇ ਹਨ, ਸਾਧ ਸੰਗਤ ਜੀ ਓਟ ਲੇਹੋ ਹਰ ਨਾਮਾ। ਮਹਾਰਾਜ ਜੀਆਂ ਦੇ ਨਾਮ ਦੀ ਓਟ ਲੈਣ ਨੂੰ, ਆਸਰਾ ਲੈਣ ਨੂੰ ਹਜੂਰ ਤੱਕਦੇ ਹਨ। ਸਰਣ ਨਾਥ ਤੋਰੀ ਸਰਣ ਜੋਗ ਸਰਣੰ। ਸਾਧ ਸੰਗਤ ਜੀ ਭਾਈ ਨੰਦ ਲਾਲ ਜੀ ਜਿਸ ਸਮੇਂ ਭਾਈ ਨੰਦ ਲਾਲ ਜੀ ਨੇ ਦੇਖਿਆ ਹੈ ਇਹ ਨਿਰੰਗਾ ਜੋ ਨਿਰੰਗੇ ਨੇ ਆਖਿਆ ਸੀ ਐਡਾ ਮਹਾਨ ਵਿਦਵਾਨ, ਇਹਨੂੰ ਹਿੰਦੂ ਨਹੀਂ ਮੁਸਲਮਾਨ ਹੋਣਾ ਚਾਹੀਦਾ ਹੈ। ਉਸ ਸਮੇਂ ਸਾਧ ਸੰਗਤ ਜੀ ਭਾਈ ਨੰਦ ਲਾਲ ਜੀ ਕੀ ਤੱਕਦੇ ਹਨ, ਜਿੱਧਰ ਨੂੰ ਨਿਗਾਹ ਮਾਰਦੇ ਹਨ ਦੇਖਦੇ ਹਨ ਮਣਾ ਜਿੰਦੀ ਮਰਜ਼ੀ ਰਿਆਸਤ ਵਿੱਚ ਚਲੇ ਜਾ, ਕੋਈ ਤੈਨੂੰ ਬਚਾ ਨਹੀਂ ਸਕਦਾ। ਫਿਰ ਸਾਧ ਸੰਗਤ ਜੀ ਪਤਾ ਲੱਗਦਾ ਹੈ ਜੇ ਬਚਾ ਸਕਦੇ ਹਨ ਤਾਂ ਆਨੰਦਪੁਰ ਸਾਹਿਬ ਵਾਲੇ ਸਤਿਗੁਰੂ ਜੀ ਬਚਾ ਸਕਦੇ ਹਨ। ਤਾਂ ਭਾਈ ਨੰਦ ਲਾਲ ਜੀ ਹਜੂਰ ਦੀ ਸ਼ਰਨ ਵਿੱਚ ਆ ਜਾਂਦੇ ਹਨ। ਤਾਂ ਸਾਧ ਸੰਗਤ ਜੀ ਆ ਕੇ ਹਜੂਰ ਦੀ ਸ਼ਰਨ ਵਿੱਚ ਜਿਸ ਤਰ੍ਹਾਂ ਸਾਧ ਸੰਗਤ ਦੀ ਸ਼ਰਨ ਨਾਥ ਤੋਰੀ ਸ਼ਰਨ ਜੋਗ ਸ਼ਰਣੰ, ਪਤਾ ਲੱਗ ਗਿਆ ਸੀ ਕਿ ਸ਼ਰਨ ਦੇਣ ਦੇ ਸਮਰੱਥ ਕੌਣ ਹਨ। ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਮੁਖ ਤੋਂ ਬਚਨ ਉਚਾਰ ਕੀਤੇ ਸਨ। ਬੇਕ ਸਾਰਾ ਯਾਰ ਗੁਰ ਗੋਬਿੰਦ ਸਿੰਘ। ਸਾਧ ਸੰਗਤ ਜੀ ਭਾਈ ਨੰਦ ਲਾਲ ਜੀ ਕਹਿੰਦੇ ਹਨ ਮਣਾ ਜਿਸ ਨੂੰ ਕੋਈ ਆਸਰਾ ਨਹੀਂ ਦਿੰਦਾ ਉਹਨਾਂ ਦੇ ਆਸਰੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਨ। ਸ਼ਾਹੇ ਸ਼ਾਹਨ ਸ਼ਾਹ ਗੁਰ ਗੋਬਿੰਦ ਸਿੰਘ ਐਸੇ ਬਾਦਸ਼ਾਹ ਹਨ ਮਹਾਰਾਜ ਜੀ, ਐਸੀ ਆਪਣੀ ਪ੍ਰਜਾ ਨਾਲ ਪਿਆਰ ਕਰਦੇ ਹਨ। ਇਹ ਲੋਕ ਸੁਖੀ ਪਰਲੋਕ ਖਲਾਸ ਕਰ ਦੇਣਗੇ। ਮਣਾ ਓਟ ਲੈਲਾ ਉਸ ਬਾਜਾਂ ਵਾਲੇ ਪਿਤਾ ਜੀਆਂ ਦੀ। ਭਾਈ ਨੰਦ ਲਾਲ ਜੀਆਂ ਨੇ ਸਾਧ ਸੰਗਤ ਜੀ ਹਜੂਰ ਦੀ ਓਟ ਤੱਕੀ ਸੀ। ਮਹਾਰਾਜ ਜੀ ਕਿਰਪਾ ਕਰਨ ਸਾਡੇ ਮਨ ਵਿੱਚ ਵੀ ਹਜੂਰ ਦੇ ਮਹਾਰਾਜ ਜੀਆਂ ਦੀ ਬਾਣੀ ਦਾ ਵਿਸ਼ਵਾਸ ਹੋ ਜਾ ਆਵੇ। ਜਿਸ ਤਰ੍ਹਾਂ ਬਚਨ ਆਉਂਦੇ ਹਨ ਬਸਤਾ ਟੂਟੀ ਝੌਂਪੜੀ ਚੀਰ ਸਭ ਛਿੰਨਾ, ਘਰ ਰਹਿਣ ਨੂੰ ਨਾ ਹੋਵੇ ਕੱਪੜੇ ਪਾਟੇ ਹੋਣ, ਝੌਂਪੜੀ ਵੀ ਟੁੱਟੀ ਹੋਵੇ ਚੌਂਦੀ ਹੋਵੇ। ਹਜੂਰ ਕਹਿੰਦੇ ਹਨ ਜਾਤ ਨਾ ਪਤ ਨਾ ਆਦਰੋ ਉਦਿਆਨ ਭਰਮਿੰਨਾ, ਨਾ ਕੋਈ ਜੱਤ ਹੋਵੇ ਭਾਵ ਨਾ ਹੀ ਕੋਈ ਪਤ ਇੱਜ਼ਤ ਦੇਣ ਵਾਲਾ ਹੋਵੇ। ਐਦਾਂ ਹੀ ਕਿਤੇ ਥਾਂ ਥਾਂ ਤੇ ਠੋਕਰਾ ਖਾਂਦਾ ਫਿਰੇ, ਸਭ ਕੁਝ ਨਾਸ਼ ਹੋ ਜਾਵੇ। ਮਿੱਤਰ ਨਾ ਇਠ ਧਨ ਰੂਪਹੀਨ, ਨਾ ਕੋਈ ਮਿੱਤਰ ਰਵੇ ਨਾ ਕੋਈ ਇਠ ਪਿਆਰ ਕਰਨ ਵਾਲਾ ਰਵੇ। ਕੋਈ ਏਦਾਂ ਪਿਆਰ ਕਰਨ ਨੂੰ ਵੀ ਨਾ ਬਚੇ ਤੈਨੂੰ, ਕੋਈ ਤੈਨੂੰ ਸਹਾਰਾ ਦੇਣ ਨੂੰ ਵੀ ਨਾ ਬਚੇ, ਮੋਢੇ ਤੇ ਹੱਥ ਰੱਖਣ ਨੂੰ ਵੀ ਨਾ ਕੋਈ ਹੋਵੇ। ਰੂਪਹੀਨ ਹੋ ਜਾਵੇਂ ਕਿਛ ਸਾਕ ਨਾ ਸਿੰਨਾ। ਮਹਾਰਾਜ ਜੀ ਕਹਿੰਦੇ ਹਨ ਕੋਈ ਸਾਕ ਵੀ ਨਾ ਰਵੇ, ਸਭ ਕਿਨਾਰਾ ਕਰ ਜਾਣ ਇੱਕ ਬੰਨਿਓ। ਹਜੂਰ ਕਹਿੰਦੇ ਹਨ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ
ਮਨ ਭਿੰਨਾ। ਮਹਾਰਾਜ ਜੀ ਕਹਿੰਦੇ ਹਨ ਜੇ ਉਸ ਦੇ ਮੁਖ ਦੇ ਵਿੱਚ ਹਰੀ ਦਾ ਨਾਮ ਵਸ ਜਾਵੇ, ਹਜੂਰ ਕਹਿੰਦੇ ਹਨ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਇੱਕ ਨਿਮਖ ਮਾਤਰ ਨਾਮ ਜਪਣ ਸੇ ਹੀ ਹਜੂਰ ਦੀ ਬਾਣੀ ਦੱਸਦੀ ਹੈ ਉਹ ਸ੍ਰਿਸ਼ਟੀ ਦਾ ਰਾਜਾ ਖਵਾਉਂਦਾ ਹੈ। ਤਿਸ ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨਾ। ਮਣਾ ਐਸਿਆਂ ਦੀ ਧੂੜ ਲੈ ਲੈ ਕੇ ਸੰਸਾਰ ਦੇ ਲੋਕ ਉਧਰਦੇ ਹਨ। ਦੇਖ ਇਹ ਮਹਾਰਾਜਿਆਂ ਦੇ ਨਾਮ ਦਾ ਪ੍ਰਤਾਪ ਹੈ ਤੇ ਤੇਰੀ ਖੋਟੀ ਬੁੱਧੀ ਨਾਸ਼ ਹੋ ਜਾਵੇਗੀ ਤੇ ਨਿਰਵਾਣ ਪਦਵੀ ਨੂੰ ਤੂੰ ਪ੍ਰਾਪਤ ਹੋਵੇਂਗਾ। ਵਿਸ਼ਰਾਮ ਦੇ ਕੇ ਹਜੂਰ ਫਰਮਾਉਂਦੇ ਹਨ ਵਡ ਭਾਗੀ ਤਿਹ ਜਨ ਕੋ ਜਾਨਹੁ। ਹਜੂਰ ਕਹਿੰਦੇ ਹਨ ਵੱਡੇ ਭਾਗਾਂ ਵਾਲੇ ਹਨ ਉਹ ਜਨ, ਉਹ ਪਿਆਰੇ। ਉਹਨਾਂ ਜਨਾਂ ਨੂੰ ਤੁਸੀਂ ਸ੍ਰੇਸ਼ਟ ਭਾਗਾਂ ਵਾਲੇ ਜਾਨੋ। ਜੋ ਹਰਿ ਕੇ ਗੁਣ ਗਾਵੈ, ਜੋ ਹਰੀ ਦੇ ਗੁਣ ਗਾਉਂਦੇ ਹਨ, ਜੋ ਹਰੀ ਦੇ ਨਾਮ ਦੇ ਕੀਰਤਨ ਕਥਾ ਕਰਦੇ ਹਨ, ਜੋ ਮਹਾਰਾਜਿਆਂ ਦੀ ਅੰਮ੍ਰਿਤ ਗੁਰਬਾਣੀ ਬੜੇ ਪ੍ਰੇਮ ਨਾਲ ਮਹਾਰਾਜ ਜੀ ਕਹਿੰਦੇ ਹਨ ਉਚਾਰਦੇ ਹਨ, ਉਹਨਾਂ ਜਨਾਂ ਨੂੰ, ਉਹਨਾਂ ਪਿਆਰਿਆਂ ਨੂੰ ਤੁਸੀਂ ਵੱਡੇ ਭਾਗ ਵਾਲੇ ਜਾਨੋ। ਸਰਣਨਾਥ ਤੋਰੀ ਸਰਣ ਜੋਗ ਸਰਣੰ ਪ੍ਰਭੂ ਦਰਸ ਪਾਏ ਮਿਟੈ ਜਨਮ ਮਰਣੰ। ਮਮ ਪਾਹ ਤੁਐ ਸਰਣ ਆਏ ਵੱਡੇ ਭਾਗ ਮੇਰੇ ਪ੍ਰਭੂ ਦਰਸ ਪਾਏ। ਹਜੂਰ ਕਹਿੰਦੇ ਹਨ ਉਹਨਾਂ ਨੂੰ ਵੀ ਵੱਡੇ ਭਾਗਾਂ ਵਾਲੇ ਜਾਨੋ ਜਿਨ੍ਹਾਂ ਨੂੰ ਹਜੂਰ ਆਪਣੀ ਸਤ ਸੰਗਤ ਵਿੱਚ ਲੈ ਆਉਂਦੇ ਹਨ। ਜਨਮ ਜਨਮ ਕੇ ਪਾਪ ਖੋਏ ਕੈ। ਹਜੂਰ ਫਿਰ ਕੀ ਹੁੰਦਾ ਹੈ ਜੇ ਨਾਮ ਜਪਣ ਲੱਗ ਜਾਈਏ। ਹਜੂਰ ਕਹਿੰਦੇ ਹਨ ਦੇਖ ਜੋ ਜਨਮਾਂ ਜਨਮਾਂ ਦੇ ਤੇਰੇ ਪਾਪ ਹਨ। ਸਾਧ ਸੰਗਤ ਜੀ ਇੱਕ ਜਨਮ, ਇਸ ਜਨਮ ਦੇ ਪਤਾ ਨਹੀਂ ਕਿੰਨੇ ਕੁ ਪਾਪ ਕੀਤੇ ਹਨ। ਜਨਮਾਂ ਜਨਮਾਂ ਦੇ ਤਾਂ ਸਾਧ ਸੰਗਤ ਜੀ ਗਿਣਤੀ ਹੀ ਪਰੇ ਦੀ ਹੈ। ਹਜੂਰ ਕਹਿੰਦੇ ਹਨ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਤੇਰੇ ਜਨਮਾਂ ਜਨਮਾਂ ਦੇ ਪਾਪ ਕੱਟ ਦਵੇਗਾ। ਫੁਨ ਬੈਕੁੰਠ ਸਿਧਾਵੈ, ਫਿਰ ਤੂੰ ਸਿੱਧਾ ਹੀ ਸੱਚਖੰਡ ਨੂੰ ਜਾਵੇਂਗਾ। ਜਿਸ ਤਰ੍ਹਾਂ ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪਨੀਤ। ਰਾਜਾ ਜਨਕ ਜੀ ਸਾਧ ਸੰਗਤ ਜੀ ਇਤਿਆਦਿਕ ਜਿਸ ਸਮੇਂ ਗੁਰਸਿੱਖ ਜਾਂਦੇ ਹਨ, ਜੇ ਧਰਮਪੁਰੀ ਵਿੱਚ ਚਲੇ ਜਾਣ, ਧਰਮ ਰਾਜਾ ਉੱਠ ਕੇ ਕਹਿੰਦਾ ਹੈ ਜਿਸ ਸਮੇਂ ਗੁਰਸਿੱਖ ਨੇ ਕਿਹਾ ਸੀ ਤੁਸੀਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਜਾਣਦੇ ਹੋ, ਧਰਮਰਾਜ ਦੋਨੋਂ ਹੱਥ ਜੋੜ ਕੇ ਖੜਾ ਹੋ ਕੇ ਅਦਬ ਸਹਿਤ ਕਹਿੰਦਾ ਹੈ ਮਹਾਰਾਜ ਡਿਊਟੀ ਹੀ ਉਹਨਾਂ ਸਤਿਗੁਰਾਂ ਦੀ ਕਰਦੇ ਹਾਂ। ਐਸੇ ਮਹਾਰਾਜ ਜੀਆਂ ਦੇ ਨਾਮ ਦਾ ਪ੍ਰਤਾਪ ਹੈ। ਹਜੂਰ ਕਹਿੰਦੇ ਹਨ ਸਿੱਧਾ ਸੱਚਖੰਡ ਵਿੱਚ ਜੋਤੀ ਵਿੱਚ ਜੋਤ ਸਮਾ ਜਾਂਦੀ ਹੈ। ਇਹ ਨਾਮ ਦਾ ਪ੍ਰਤਾਪ ਹੈ। ਅਜਾਮਲ ਕਉ ਅੰਤ ਕਾਲ ਮਹਿ। ਮਹਾਰਾਜ ਜੀ ਕੋਈ ਉਧਰਿਆ ਹੈ ਨਾਮ ਜਪਣ ਕਰਕੇ। ਹਜੂਰ ਕਹਿੰਦੇ ਹਨ ਅਜਾਮਲ ਵੱਲ ਤੱਕ ਲਾ। ਅਜਾਮਲ ਪਾਪੀ ਜਗ ਜਾਣੇ, ਸਾਰਾ ਜਗ ਜਾਣਦਾ ਸੀ। ਸਾਧ ਸੰਗਤ ਜੀ ਆਪਾਂ ਤਾਂ ਆਪਣੇ ਪਾਪ ਲਕੋ ਲੈਂਦੇ ਹਾਂ ਪਰ ਅਜਾਮਲ ਐਡਾ ਪਾਪੀ ਹੋ ਗਿਆ ਸੀ ਸੰਸਾਰ ਦੇ ਲੋਕ ਉਹਨੂੰ ਅਜਾਮਲ ਨਹੀਂ ਅਜਾਮਲ ਪਾਪੀ ਕਹਿ ਕੇ ਬੁਲਾਉਂਦੇ ਸੀ। ਮਹਾਰਾਜ ਜੀ ਕਹਿੰਦੇ ਹਨ ਦੇਖ ਅੰਤਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਅਜਾਮਲ ਨੂੰ ਨਾਰਾਇਣ ਸੁਧ ਆਈ। ਸਾਧੂ ਮਹਾਤਮਾ ਦੀ ਸੰਗਤ ਕਰਨ ਮਾਤਰ ਸੇ ਹੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ। ਜਿਸ ਸਮੇਂ ਪੁੱਤਰ ਉਪੰਨਾ ਸਤਵਾਂ ਨਾਉ ਧਰਾਉਣ ਨੂੰ ਚਿੱਤ ਮਹਿਆ, ਜਿਸ ਸਮੇਂ ਘਰ ਦੇ ਵਿੱਚ ਵੇਸ਼ਵਾ ਨਾਲ ਇਸ ਅਜਾਮਲ ਨੇ ਜਿਸ ਤਰ੍ਹਾਂ ਵਿਆਹ ਕਰਾਇਆ ਸੀ, ਸਤਵਾਂ ਪੁੱਤਰ ਘਰ ਵਿੱਚ ਜਨਮ ਲਿਆ। ਸਾਧੂ ਮਹਾਤਮਾ ਆਏ ਜਿਸ ਤਰ੍ਹਾਂ ਆਪ ਜੀਆਂ ਨੇ ਨਿਤ ਦੇ ਸਤ ਸੰਗੀਆਂ ਨੇ ਅੱਗੇ ਵੀ ਇਸ ਪ੍ਰਮਾਣ ਸੁਣੇ ਹਨ। ਜਿਸ ਸਮੇਂ ਘਰ ਦੇ ਵਿੱਚ ਪੁੱਤਰ ਹੋਇਆ ਸਾਧੂ ਕਹਿੰਦੇ ਹਨ ਅਜਾਮਲ ਇਸ ਦਾ ਨਾਮ ਨਾਰਾਇਣ ਰੱਖੀ। ਅੰਤਲਾ ਸਮਾਂ ਆਇਆ ਜਮਦੂਤ ਨੇੜੇ ਆਉਂਦੇ ਦਿਖੇ, ਆਪਣੇ ਪੁੱਤਰ ਨੂੰ ਛੋਟਾ ਜਾਣ ਕੇ ਪ੍ਰੇਮ ਜ਼ਿਆਦਾ ਸੀ ਆਵਾਜ਼ ਮਾਰਦਾ ਹੈ ਨਾਰਾਇਣ ਨਾਰਾਇਣ। ਸਾਧ ਸੰਗਤ ਜੀ ਕੀ ਦੇਖਦਾ ਹੈ ਜਮਦੂਤਾਂ ਨੂੰ ਅੱਗ ਲੱਗਦੀ ਹੈ, ਦੂਰ ਭੱਜਦੇ ਹਨ। ਉਧਰੋਂ ਸਾਧ ਸੰਗਤ ਜੀ ਫਿਰ ਪੁੱਤਰ ਵਿੱਚੋਂ ਬਿਰਤੀ ਨਿਕਲ ਕੇ ਅਕਾਲ ਪੁਰਖ ਵਾਹਿਗੁਰੂ ਵਿੱਚ ਸਮਾ ਜਾਂਦੀ ਹੈ। ਹਜੂਰ ਕਹਿੰਦੇ ਹਨ ਅਜਾਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ। ਮਹਾਰਾਜ ਜੀਆਂ ਦੀ ਜਦੋਂ ਸੁਧ ਆਈ ਹਾਂਜੀ ਜਾਂ ਗਤ ਕੋ ਜੋਗੀਸੁਰ ਬਾਛਤ। ਜਿਸ ਗਤੀ ਨੂੰ ਜਿਸ ਮੁਕਤੀ ਨੂੰ ਜੋਗੀ ਐਡੇ ਐਡੇ ਤਪ ਸਾਧ ਕੇ ਐਨੇ ਆਸਣ ਲਾ ਕੇ ਐਨੇ ਪ੍ਰਾਣਾਯਾਮ ਕਰਕੇ ਜਿਹੜੀ ਮੁਕਤੀ ਨੂੰ ਉਹ ਭਾਲਦੇ ਹਨ, ਮਹਾਰਾਜ ਜੀ ਕਹਿੰਦੇ ਹਨ ਜਿਸ ਮੁਕਤੀ ਨੂੰ ਜੋਗੀਆਂ ਦਾ ਈਸ਼ਵਰ ਜੋ ਧਿਆਉਂਦਾ ਹੈ ਸੋ ਗਤ ਛਿਨ ਮਹਿ ਪਾਈ। ਸੋ ਗਤ ਛਿਨ ਮੈਂ ਪਾਈ। ਥੋੜੇ ਸਮੇਂ ਮਾਤਰ ਸੇ ਹੀ ਛਿਨ ਹੁੰਦਾ ਹੈ, ਬਹੁਤ ਥੋੜਾ ਸਮਾਂ ਉਸ ਅਜਾਮਲ ਨੇ ਮੁਕਤੀ ਪ੍ਰਾਪਤ ਕਰ ਲਈ।
ਨਾਹਿਨ ਗੁਣ ਨਾਹਿਨ ਕੋ ਕਛ ਵਿਦਿਆ। ਸਾਧ ਸੰਗਤ ਜੀ, ਹੁਣ ਹਜੂਰ ਹਰੀ ਹਰ ਖੇਤਰ ਦੀ ਪ੍ਰਮਾਣ ਦੇ ਕੇ ਹਜੂਰ ਦੱਸਦੇ ਹਨ। ਵਾਹਿਗੁਰੂ ਜਿਸ ਸਮੇਂ ਹਾਥੀ ਜਲ ਵਿੱਚ ਡੁੱਬਦਾ ਜਾ ਰਿਹਾ ਸੀ, ਉਸ ਸਮੇਂ ਜਿਸ ਸਮੇਂ ਤੰਦੂਏ ਨੇ ਤੰਦ ਪਾ ਕੇ ਹਾਥੀ ਨੂੰ ਡੋਬਣਾ ਚਾਹਿਆ, ਹਾਥੀ ਦੇਖਦਾ ਹੈ ਕਿ ਨਾਲ ਵਾਲੇ ਵੀ ਸਾਰੇ ਛੱਡ ਕੇ ਭੱਜ ਗਏ ਹਨ। ਜਲ ਵਿੱਚ ਰੁੜਦਾ ਹੋਇਆ ਇੱਕ ਕਮਲ ਦਾ ਫੁੱਲ ਆਉਂਦਾ ਸੀ, ਸੁੰਡ ਵਿੱਚ ਪਕੜ ਕੇ ਸਾਧ ਸੰਗਤ ਜੀ ਹਾਥੀ ਨੇ ਉਤਾਂਹ ਨੂੰ ਜਿਸ ਸਮੇਂ ਖੜਾ ਕੀਤਾ, ਗੁਰਬਾਣੀ ਦਾ ਪ੍ਰਮਾਣ ਹੈ, ਕਰ ਧਰੇ ਚੱਕਰ ਬੈਕੁੰਠ ਤੇ ਆਏ, ਗਜ ਹਸਤੀ ਕੇ ਪ੍ਰਾਣ ਉਧਾਰੀ ਅਲੇ। ਸੁਦਰਸ਼ਨ ਚੱਕਰ ਛੱਡ ਕੇ ਅਕਾਲ ਪੁਰਖ ਵਾਹਿਗੁਰੂ ਨੇ ਉਸ ਤੰਦੂਏ ਦੀਆਂ ਤਾਰਾਂ ਕੱਟੀਆਂ, ਉਸ ਹਾਥੀ ਦੀ ਜਿਸ ਤਰ੍ਹਾਂ ਰੱਖਿਆ ਕੀਤੀ। ਧਰਮ ਕੌਣ ਗਜ ਕੀਨਾ। ਮਹਾਰਾਜ ਜੀ ਕਹਿੰਦੇ ਹਨ, ਦੇਖੋ ਮੇਰੇ ਅਕਾਲ ਪੁਰਖ ਵਾਹਿਗੁਰੂ ਦਾ ਬਿਰਧ ਸੁਭਾਅ ਦੇਖੋ ਗੁਰਸਿੱਖੋ। ਨਾਹਨ ਗੁਣ, ਉਸ ਹਾਥੀ ਨੇ ਕਿਹੜਾ ਕੋਈ, ਉਸ ਪਸ਼ੂ ਨੇ ਕੋਈ ਗੁਣ ਕਮਾਇਆ ਸੀ। ਨਾਹਨ ਕਛ ਵਿਦਿਆ, ਮਹਾਰਾਜ ਜੀ ਕਹਿੰਦੇ ਹਨ ਨਾ ਹੀ ਕੋਈ ਉਸਨੇ ਵਿਦਿਆ ਪੜ੍ਹੀ ਸੀ। ਗੁਰਸਿੱਖੋ ਦੱਸੋ ਕਿਹੜਾ ਉਸ ਹਾਥੀ ਨੇ ਕੋਈ ਧਰਮ ਕਮਾਇਆ ਸੀ, ਧਰਮ ਦੇ ਕੰਮ ਕੀਤੇ ਸੀ। ਇਹ ਤਾਂ ਸਾਧ ਸੰਗਤ ਜੀ ਪ੍ਰੇਮ ਹੀ ਹੈ, ਸ਼ਰਧਾ ਹੀ ਹੈ। ਹਾਥੀ ਨੇ ਸਾਧ ਸੰਗਤ ਜੀ ਸ਼ਰਧਾ ਰੂਪੀ ਫੁੱਲ, ਪ੍ਰੇਮ ਰੂਪੀ ਸੁੰਡ ਦੇ ਨਾਲ ਜਦੋਂ ਤਾਂ ਨੂੰ ਖੜਾ ਕਰਕੇ ਅਕਾਲ ਪੁਰਖ ਵਾਹਿਗੁਰੂ ਨੂੰ ਜਿਸ ਸਮੇਂ ਤੱਕਿਆ ਹੈ, ਦੇਖਿਆ ਹੈ, ਸੰਸਾਰ ਦਾ ਕੋਈ ਆਸਰਾ ਨਹੀਂ ਰਹਿ ਗਿਆ। ਹਜੂਰ ਨੇ ਕਿਰਪਾ ਕੀਤੀ। ਮਹਾਰਾਜ ਜੀ ਕਹਿੰਦੇ ਹਨ, ਮਣਾ ਦੇਖ ਹਾਥੀ ਨੇ ਕਿਹੜਾ ਕੋਈ ਗੁਣ ਤੇ ਵਿਦਿਆ ਕਮਾਈ ਸੀ। ਨਾਨਕ ਬਿਰਧ ਰਾਮ ਕਾ ਦੇਖੋ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਮੇਰੇ ਅਕਾਲ ਪੁਰਖ ਵਾਹਿਗੁਰੂ ਦਾ ਬਿਰਧ ਸੁਭਾਅ ਤਾਂ ਦੇਖੋ ਗੁਰਸਿੱਖੋ ਕੈਸਾ ਹੈ। ਅਭੈ ਦਾਨ ਤਿਹ ਦੀਨਾ। ਅਭੈ ਦਾਨ ਤਿਹ ਦੀਨਾ, ਉਸ ਹਾਥੀ ਨੂੰ ਅਭੈ ਦਾਨ ਦੇ ਕੇ ਹਜੂਰ ਨੇ ਨਿਹਾਲ ਕੀਤਾ। ਇਸੇ ਤਰ੍ਹਾਂ ਸਾਧ ਸੰਗਤ ਜੀ ਉਸ ਨੂੰ ਉਸ ਤੰਦੂਏ ਦੀਆਂ ਤੰਦਾਂ ਤੋਂ ਜਿਸ ਤਰ੍ਹਾਂ ਹਜੂਰ ਨੇ ਮੁਕਤ ਕੀਤਾ। ਹਜੂਰ ਕਹਿੰਦੇ ਹਨ, ਤੂੰ ਵੀ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਦੀ ਓਟ ਲੈ ਲਾ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਤੇਰੇ ਸਾਰੇ ਕਾਰਜ ਸੁਤੇ ਹੀ ਪੂਰੇ ਹੋ ਜਾਣਗੇ। ਹੈਰਾਨ ਹੁੰਦਾ ਫਿਰੇਗਾ, ਇਹ ਤਾਂ ਮੈਂ ਕਦੇ ਕਰ ਹੀ ਨਹੀਂ ਸਕਦਾ ਸੀ। ਨਹਿ ਸਮਰਥੰ ਨਹਿ ਸੇਵਕੰ, ਮਹਾਰਾਜ ਜੀ ਸਮਰੱਥਾ ਹੀ ਨਹੀਂ ਸੀ ਹੈਗੀ ਇੰਨੀ। ਪ੍ਰਭ ਕੈ ਸਿਮਰਨ ਕਬਹੂ ਨਾ ਝੂਰੇ, ਜਿਹੜੇ ਤੈਨੂੰ ਝੂਰੇ ਲੱਗੇ ਰਹਿੰਦੇ ਹਨ, ਆਹ ਕਾਰਜ ਕਿਵੇਂ ਕਰਾਂਗਾ, ਆਹ ਕਿਵੇਂ ਕਰਾਂਗਾ, ਸਭ ਝੂਰੇ ਦੂਰ ਹੋ ਜਾਣਗੇ, ਕਾਰਜ ਸੁਤੇ ਹੀ ਪੂਰੇ ਹੁੰਦੇ ਜਾਣਗੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਜਿਸ ਤਰ੍ਹਾਂ ਹਜੂਰ ਕਹਿੰਦੇ ਹਨ, ਅਜਾਮਲ ਨੇ ਯਾਦ ਕੀਤਾ ਸੀ, ਐਡਾ ਪਾਪੀ ਸੀ, ਜੇ ਤੇਰੇ ਮਨ ਵਿੱਚ ਹੈ ਮਣਾ ਸਾਰੀ ਉਮਰ ਗੁਨਾਹਾਂ ਵਿੱਚ ਬਤੀਤ ਕਰ ਦਿੱਤੀ ਹੈ। ਹਜੂਰ ਕਹਿੰਦੇ ਹਨ, ਦੇਖ ਨਾਮ ਜਪ ਕੇ ਦੇਖ, ਹਾਥੀ ਨੂੰ ਕਿਹੜਾ ਕੋਈ ਗੁਣ ਆਉਂਦਾ ਸੀ। ਹਜੂਰ ਹਾਥੀ ਦਾ ਪ੍ਰਮਾਣ ਦੇ ਕੇ ਸਾਨੂੰ ਦੱਸਦੇ ਹਨ, ਸਾਧ ਸੰਗਤ ਜੀ ਖੋਜਤ ਹੈ ਜਿਹ ਕੋ ਸੁਰ ਰਾਈ, ਜਿਹੜੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੂੰ ਸਾਤ ਆਕਾਸ਼ ਪਤਾਰਨ ਭੀਤਰ ਗਾਜਤ ਹੈ ਜਿਹ ਕੀ ਪ੍ਰਭ ਤਾਈ। ਮਹਾਰਾਜ ਜੀਆਂ ਦੇ ਪ੍ਰਕਾਸ਼ ਦੀ ਕਿਰਨ ਲੈ ਕੇ ਜੋ ਸਭ ਸੰਸਾਰ ਰੌਸ਼ਨ ਹੋ ਰਿਹਾ ਹੈ। ਸੁਰਾਂ ਦੇ ਰਾਈ ਦੇਵਤਾ ਇੰਦਰ ਵੀ ਹਜੂਰ ਦੇ ਦਰਸ਼ਨਾਂ ਨੂੰ ਤਰਸਦਾ ਹੈ। ਐਸੇ ਸਤਿਗੁਰਾਂ ਦੇ ਭਾਵ ਖਾਲਸੇ ਪੰਥ ਵਿੱਚ ਜਨਮ ਹੋਇਆ ਹੋਵੇ ਤਾਂ ਸਾਧ ਸੰਗਤ ਜੀ ਜੇ ਇਹ ਹੀ ਪੁੱਛਦੇ ਫਿਰੀਏ ਕਿ ਨਾਮ ਵਿੱਚ ਬਿਰਤੀ ਕਿਵੇਂ ਲੱਗਦੀ ਹੈ, ਪੁੱਛਦੇ ਹਨ ਐਡੀ ਬਿਰਧ ਆਯੂ ਹੋ ਜਾਂਦੀ ਹੈ, ਬਾਬਾ ਜੀ ਨਾਮ ਕਿਵੇਂ ਜਪਣਾ ਚਾਹੀਦਾ ਹੈ। ਮੰਦੇ ਭਾਗ ਹਨ, ਮਹਾਰਾਜ ਜੀ ਕਿਰਪਾ ਕਰਨ, ਹਜੂਰ ਕਿਰਪਾ ਕਰਨ। ਸਾਧ ਸੰਗਤ ਜੀ ਜਦੋਂ ਭੁੱਖ ਲੱਗਦੀ ਹੈ ਫਿਰ ਇਹ ਨਹੀਂ ਦੇਖਿਆ ਜਾਂਦਾ ਕਿ ਕਿਹੜੇ ਫੌਕ ਤੇ ਨਾਈਫ ਨਾਲ ਖਾਇਆ ਜਾਂਦਾ ਹੈ, ਫਿਰ ਤਾਂ ਉਹ ਸਿੱਧਾ ਹੀ ਖਾਣ ਲੱਗ ਜਾਂਦਾ ਹੈ। ਭੁੱਖ ਨਹੀਂ ਲੱਗੀ, ਹਜੂਰ ਕਿਰਪਾ ਕਰਨ, ਤੁਧ ਸਾ ਲਾਹੇ ਨਾ ਰੱਜਾਂ ਕਬਹੂ, ਸੱਚੇ ਨਾਵੇਂ ਕੀ ਭੁੱਖ ਲਾਵਣਿਆ। ਹਜੂਰ ਕਿਰਪਾ ਕਰਨ ਸਾਨੂੰ ਵੀ ਅਕਾਲ ਪੁਰਖ ਵਾਹਿਗੁਰੂ ਤੇ ਮਹਾਰਾਜ ਜੀਆਂ ਦੀ ਓਟ ਤੱਕੀਏ। ਓਟ ਦੀ ਸਾਨੂੰ ਵੀ ਹਿਰਦੇ ਵਿੱਚ ਸ਼ਰਧਾ ਫੁਰੇ ਕਿ ਮਹਾਰਾਜ ਜੀਆਂ ਦੀ ਓਟ ਤੋਂ ਬਿਨਾਂ ਮਣਾ ਨਹੀਂ ਮੁਕਤੀ ਹੋ ਸਕਦੀ। ਸਾਨੂੰ ਵੀ ਭੁੱਖ ਲੱਗ ਜਾਵੇ। ਹਜੂਰ ਕਿਰਪਾ ਕਰਨ। ਹਜੂਰ ਦਾ ਜਸ ਗਾਉਂਦੇ ਹੋਏ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸਰਬੱਤ ਸੰਗਤਾਂ ਬਖਸ਼ਣ ਯੋਗ ਹੋ। ਬਖਸ਼ ਦੇਣਾ ਅਰਦਾਸ ਕਰਨੀ ਮਹਾਰਾਜ ਬਲ ਬੁੱਧ ਸਮਰੱਥਾ ਬਖਸ਼ਣ। ਏਤੇ ਔਗਣ ਮੋਹ ਤਨ ਮਾਹੀ, ਰਾਖ ਲਿਹੋ ਪ੍ਰਭ ਸ਼ਰਨ ਗਹੀ। ਅਨਕ ਜਨਮ ਕੇ ਵਿਛੜੇ ਮੇਲੋ, ਪਾਵਨ ਪਤਤ ਤਵੈ ਬਿਰਧ ਕਹੀ। ਉਤਪਤ ਪਰਲਿਆ ਚੋਜ ਸਭ ਤੁਮਰੇ, ਤੁਮ ਬਿਨ ਦੂਜਾ ਅਵਰ ਨਹੀਂ। ਮੋਹੇ ਅਨਾਥ ਕੇ ਦਾਤੇ ਸੁਆਮੀ, ਰਾਖ ਲਿਹੋ ਬੱਡ ਪੁਨ ਅਹੀ।
ਹਜੂਰ ਕਿਰਪਾ ਕਰੋ। ਸਾਨੂੰ ਮਹਾਰਾਜ ਜੀ ਜੇ ਨਹੀਂ ਵੀ ਵਿਸ਼ਵਾਸ ਆਉਂਦਾ, ਪਰ ਤੁਸੀਂ ਕਹਿੰਦੇ ਹੋ ਸੱਤ ਹੈ, ਹਜੂਰ ਵਿਸ਼ਵਾਸ ਬਣ ਆਵੇ। ਦੋ ਪੰਕਤੀਆਂ ਪੜ੍ਹ ਕੇ ਸਾਧ ਸੰਗਤ ਜੀ ਸਮਾਪਤੀ ਹੈ ਜੀ। ਨਾਹਨ ਗੁਣ ਨਾਹਨ ਕਛ ਵਿਦਿਆ, ਧਰਮ ਕੌਣ ਗਜ ਕੀਨਾ। ਨਾਨਕ ਬਿਰਦ ਰਾਮ ਕਾ ਦੇਖੋ, ਅਪੈ ਦਾਨ ਤਹਿ ਦੀਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੀ ਵੈਰਾਗ ਭਰਪੂਰ ਬਾਣੀ, ਜਿਸ ਵਿੱਚ ਸਤਿਗੁਰੂ ਜੀ ਨੇ ਸਾਨੂੰ ਅਨੇਕਾਂ ਉਦਾਹਰਨਾਂ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਔਰ ਨਾਲ ਦੀ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਭਰੋਸਾ ਦਿਵਾਇਆ ਹੈ, ਸਾਨੂੰ ਆਸ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਗਰ ਜਿਹੜਾ ਗਜ ਹੈ, ਜਿਹੜਾ ਹਾਥੀ ਹੈ, ਕੁਬੇਰ ਦੇ ਤਲਾਬ ਦੇ ਵਿੱਚ ਉਹਦਾ ਪਾਰ ਉਤਾਰਾ ਹੋ ਸਕਦਾ, ਤੰਦੂਏ ਦੀਆਂ ਫਾਹੀਆਂ ਕੱਟੀਆਂ ਜਾ ਸਕਦੀਆਂ ਹਨ, ਤੇ ਅਗਰ ਤੁਸੀਂ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਕੇ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰੋ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਵੀ ਜਿਹੜੇ ਬੰਧਨ ਉਹ ਕੱਟ ਦੇਣਗੇ। ਐਸੀ ਮਹਾਨ ਪਵਿੱਤਰ ਅੰਮ੍ਰਿਤ ਬਾਣੀ ਦੀ ਵਿਚਾਰ ਆਪ ਸੰਗਤਾਂ ਨੂੰ ਭਾਈ ਕਰਨਵੀਰ ਸਿੰਘ ਜੀ ਸੁਣਾ ਰਹੇ ਸਨ। ਹੁਣ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਕੀਰਤਨ ਦਾ ਸਮਾਂ ਹੈ। ਗੁਰਮੁਖ ਪਿਆਰੇ ਭਾਈ ਵਿਕਰਮਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ, ਉਹ ਆਪ ਸੰਗਤਾਂ ਦੇ ਵਿੱਚ ਹਾਜ਼ਰ ਹਨ। ਉਹਨਾਂ ਦੇ ਕੋਲੋਂ ਵਾਹਿਗੁਰੂ ਜੀ ਦਾ ਕੀਰਤਨ ਕਹੀਏ, ਪਰਮਾਤਮਾ ਦੀ ਕੀਰਤੀ, ਵਾਹਿਗੁਰੂ ਜੀ ਦਾ ਜਸ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।